ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਸਨਮਾਨ ਨਾਲ ਸਨਮਾਨਿਤ ਮਨਮੋਹਨ ਸਿੰਘ ਦਾਊਂ ਦੀ ਪੁਸਤਕ ਕਿਰਲੀ ਤੇ ਤਿਤਲੀ ਦੀ ਪਹਿਲੀ ਕਹਾਣੀ ਹੈ। ਕਿਰਲੀ ਤੇ ਤਿਤਲੀ। ਗਰਮੀ ਦੇ ਦਿਨ ਹਨ, ਰਾਤ ਹੋ ਰਹੀ ਹੈ, ਬੱਦਲਵਾਈ ਛਾਈ ਹੋਈ ਹੈ। ਕਦੇ ਕਦੇ ਬੱਦਲ ਗਰਜਦਾ ਹੈ, ਪੌਣ ਦੇ ਠੰਡੇ ਬੁੱਲੇ ਰਾਹਤ ਦਿੰਦੇ ਹਨ। ਅੰਬਰ ਤੇ ਬਿਜਲੀ ਲਿਸ਼ਕਣ ਲੱਗਦੀ ਹੈ। ਮੈਂ ਵਰਾਂਡੇ 'ਚ ਬੈਠਾ ਰਸਾਲਾ ਪੜ੍ਹ ਰਿਹਾ ਹਾਂ। ਘਰ ਹੋਰ ਕੋਈ ਨਹੀਂ। ਮੈਂ ਸਮਾਂ ਵੇਖਦਾ ਹਾਂ। ਰਾਤ ਦੇ 7:30 ਵੱਜ ਚੁੱਕੇ ਹਨ। ਵਰਾਂਡੇ 'ਚ ਟਿਊਬ ਬਲ ਰਹੀ ਹੈ। ਕੰਧ ਤੇ ਚਾਨਣ ਪੈ ਰਿਹਾ ਹੈ। ਮੈਂ ਸਾਹਮਣੀ ਕੰਧ ਵੱਲ ਨਜ਼ਰ ਮਾਰਦਾ। ਇੱਕ ਕਿਰਲੀ ਤਾਕ ਲਗਾਈ ਕੰਧ ਉੱਤੇ ਇੱਧਰ ਉੱਧਰ ਕਦੇ ਦੌੜਦੀ ਹੈ, ਕਦੇ ਰੁਕ ਜਾਂਦੀ ਹੈ। ਜਿਹੜਾ ਵੀ ਜੀਵ ਉਸ ਦੀ ਪਕੜ 'ਚ ਆਉਂਦਾ ਹੈ, ਉਸਨੂੰ ਨਿਗਲ ਲੈਂਦੀ ਹੈ, ਪੂੰਛ ਮਾਰਦੀ ਹੈ, ਜਿਵੇਂ ਖੁਸ਼ ਹੋ ਰਹੀ ਹੋਵੇ। ਟਿਊਬ ਦੇ ਚਾਨਣ ਕਾਰਨ ਕਈ ਭਮੱਕੜ ਤੇ ਪਤੰਗੇ ਉੱਡਦੇ ਫਿਰਦੇ ਹਨ। ਕਿਰਲੀ ਉਹਨਾਂ ਨੂੰ ਪਕੜਨ ਲਈ ਦਾਅ ਮਾਰਦੀ ਹੈ। ਕਦੇ ਦਾਅ ਖਾਲੀ ਚਲਾ ਜਾਂਦਾ ਹੈ, ਪਰ ਕਿਰਲੀ ਫੇਰ ਆਸ ਲਗਾਉਂਦੀ ਹੈ। ਇੱਕ ਪਤੰਗੇ ਨੂੰ ਕਿਰਲੀ ਨੱਠ ਕੇ ਦਬੋਚ ਲੈਂਦੀ ਹੈ। ਜਿੱਤ ਦੀ ਖੁਸ਼ੀ ਨਾਲ ਕਿਰਲੀ ਦੀਆਂ ਅੱਖਾਂ ਹੋਰ ਖੁੱਲ੍ਹ ਜਾਂਦੀਆਂ ਹਨ। ਹੁਣ ਉਸ ਦੀ ਪੂਛ ਵੀ ਹਿੱਲਣ ਲੱਗਦੀ ਹੈ। ਮੈਂ ਕਿਰਲੀ ਦੀ ਭੁੱਖ ਬਾਰੇ ਸੋਚਣ ਲੱਗਦਾ। ਜਿਹੜਾ ਜੀਵ ਕੁਝ ਚਿਰ ਪਹਿਲਾਂ ਉਡਾਰੀਆਂ ਭਰਦਾ ਸੀ, ਕੁਝ ਛਿਣਾਂ 'ਚ ਹੀ ਮੌਤ ਦੇ ਮੂੰਹ ਚਲਾ ਜਾਂਦਾ ਹੈ। ਇੱਕ ਜੀਵ ਦੀ ਭੁੱਖ ਹੱਲ ਹੁੰਦੀ ਹੈ, ਇੱਕ ਜੀਵ ਦਾ ਨਾਸ਼ ਹੋ ਜਾਂਦਾ ਹੈ। ਸੰਸਾਰ ਵਿੱਚ ਇਹ ਕਾਲ ਚੱਕਰ ਕਦੋਂ ਦਾ ਚੱਲ ਰਿਹਾ ਹੈ, ਇਸ ਬਾਰੇ ਮੈਂ ਸੋਚਣ ਲੱਗਦਾ ਹਾਂ। ਮੇਰੇ ਬੈਠੇ ਬੈਠੇ ਇੱਕ ਤਿਤਲੀ ਬਾਹਰੋਂ ਉੱਡਦੀ ਹੋਈ ਵਰਾਂਡੇ 'ਚ ਲਟਕਦੇ ਪਰਦੇ ਉੱਤੇ ਆ ਬੈਠਦੀ ਹੈ। ਉਹ ਖੰਭ ਖੋਲ੍ਹਦੀ ਹੈ ਤੇ ਖੰਭ ਇਕੱਠੇ ਕਰਦੀ ਹੈ। ਮੈਂ ਉਸ ਨੂੰ ਵੇਖਣ ਲੱਗਦਾ ਹਾਂ। ਕਿਰਲੀ ਤੋਂ ਹਟ ਕੇ ਮੇਰੀ ਨਜ਼ਰ ਤਿਤਲੀ ਉੱਤੇ ਟਿਕ ਜਾਂਦੀ ਹੈ। ਭੂਰੇ ਰੰਗ ਦੀ ਤਿਤਲੀ ਬਹੁਤ ਪਿਆਰੀ ਲੱਗਦੀ ਹੈ। ਉਸਦੇ ਖੰਭਾਂ ਉੱਤੇ ਕਾਲੇ ਰੰਗ ਦੇ ਧੱਬੇ ਹੋਰ ਵੀ ਸੋਹਣੇ ਲੱਗਦੇ ਹਨ। ਚਿੱਤ ਕਬਰੀ ਤਿਤਲੀ ਉੱਡਣਾ ਸ਼ੁਰੂ ਕਰ ਦਿੰਦੀ ਹੈ। ਮੈਂ ਸੋਚਦਾ, ਰਾਤ ਵੇਲੇ ਤਿਤਲੀ ਕਿੱਥੋਂ ਆ ਗਈ? ਫੁੱਲਾਂ ਦਾ ਰਸ ਚੂਸਣ ਵਾਲੀ ਤਿਤਲੀ ਨੂੰ ਜਿਵੇਂ ਰਾਹ ਭੁੱਲ ਗਿਆ ਹੋਵੇ। ਇਸ ਵੇਲੇ ਕਿਸੇ ਬਾਗ ਬਗੀਚੇ 'ਚ ਜਾ ਕੇ ਆਰਾਮ ਕਰਦੀ ਜਾਂ ਕਿਸੇ ਰੁੱਖ ਬੂਟੇ ਤੇ ਜਾ ਸੌਂਦੀ। ਹੋ ਸਕਦਾ ਹੈ ਕਿ ਮੌਸਮ ਖਰਾਬ ਹੋਣ ਕਾਰਨ ਇਹ ਕੋਈ ਟਿਕਾਣਾ ਭਾਲਦੀ ਹੋਵੇ। ਸ਼ਾਇਦ ਇਹਨੂੰ ਟਿਊਬ ਦਾ ਚਾਨਣ ਹੀ ਚੰਗਾ ਲੱਗਿਆ ਹੋਵੇ। ਚਾਨਣ ਕਿਹਨੂੰ ਚੰਗਾ ਨਹੀਂ ਲੱਗਦਾ? ਚਾਨਣ ਤੇ ਮਸਤ ਹੋਏ ਪਤੰਗੇ ਆਪਣੇ ਖੰਭ ਸਾੜ ਲੈਂਦੇ ਹਨ ਤੇ ਹੁਣ ਤਿਤਲੀ ਇੱਧਰ ਉੱਧਰ ਉੱਡਣ ਲੱਗਦੀ ਹੈ। ਮੇਰੀ ਨਜ਼ਰ ਉਹਦੇ ਨਾਲ ਨਾਲ ਦੌੜਦੀ ਹੈ। ਕਿਰਲੀ ਚੌਕਸ ਹੋ ਜਾਂਦੀ ਹੈ। ਤਿਤਲੀ ਕਦੇ ਕੰਧ ਉੱਤੇ ਬੈਠਦੀ ਹੈ, ਕਦੇ ਟਿਊਬ ਦੇ ਨੇੜੇ ਤੇੜੇ ਉੱਡਣ ਲੱਗਦੀ ਹੈ। ਮੇਰਾ ਧਿਆਨ ਹੁਣ ਤਿਤਲੀ ਦੇ ਕਿਰਲੀ ਵੱਲ ਲੱਗ ਜਾਂਦਾ ਹੈ। ਤਿਤਲੀ ਚਾਨਣ 'ਚ ਹੋਰ ਵੀ ਸੁੰਦਰ ਲੱਗਦੀ ਹੈ। ਕਿਰਲੀ ਨੂੰ ਵੱਡਾ ਸ਼ਿਕਾਰ ਨਜ਼ਰ ਆਉਣ ਲੱਗ ਪਿਆ ਹੋਵੇ। ਕਿਰਲੀ ਨੂੰ ਜਿਵੇਂ ਕੋਈ ਵੱਡਾ ਸ਼ਿਕਾਰ ਨਜ਼ਰ ਆਉਣ ਲੱਗ ਪਿਆ ਹੋਵੇ। ਉਹ ਕੰਧ ਉੱਤੇ ਤਿਤਲੀ ਨੂੰ ਪਕੜਨ ਲਈ ਸਿਸਤ ਲਗਾਉਣ ਲੱਗਦੀ ਹੈ। ਮੇਰਾ ਦਿਲ ਹੋਰੂ ਹੋਰੂ ਹੋਣ ਲੱਗਦਾ ਹੈ। ਕਿਰਲੀ ਆਪਣਾ ਸਾਰਾ ਧਿਆਨ ਤਿਤਲੀ ਵੱਲ ਲਾ ਲੈਂਦੀ ਹੈ ਤੇ ਹੋਰ ਜੀਵਾਂ ਦਾ ਖਹਿੜਾ ਛੱਡ ਦਿੰਦੀ ਹੈ। ਕੁਝ ਚਿਰ ਪਿੱਛੋਂ ਤਿਤਲੀ ਟਿਊਬ ਦੇ ਨੇੜੇ ਕੰਧ ਉੱਤੇ ਬੈਠ ਜਾਂਦੀ ਹੈ ਤੇ ਬੈਠੀ ਰਹਿੰਦੀ ਹੈ ਜਿਵੇਂ ਥੱਕ ਗਈ ਹੋਵੇ। ਇੰਨੇ ਨੂੰ ਕਿਰਲੀ ਦੌੜ ਕੇ ਤਿਤਲੀ ਤੇ ਧਾਵਾ ਬੋਲਦੀ ਹੈ। ਮੇਰੇ ਵੇਖਦੇ ਵੇਖਦੇ ਕਿਰਲੀ ਤਿਤਲੀ ਦਾ ਧੜ ਆਪਣੇ ਮੂੰਹ 'ਚ ਜਕੜਨ ਦੀ ਕੋਸ਼ਿਸ਼ ਕਰਦੀ ਹੈ। ਤਿਤਲੀ ਖੰਭ ਫੜਫੜਾਉਂਦੀ ਹੈ। ਕਿਰਲੀ ਪੂਰੇ ਤਾਣ ਨਾਲ ਤਿਤਲੀ ਨੂੰ ਆਪਣੀ ਪਕੜ 'ਚ ਜਕੜਨਾ ਚਾਹੁੰਦੀ ਹੈ। ਤਿਤਲੀ ਚੀਕਣ ਲੱਗਦੀ ਹੈ ਤੇ ਫਰ ਕਰਦੀ ਹੈ। ਕਿਰਲੀ ਵੀ ਆਪਣੀ ਪੂਛ ਚਲਾਉਂਦੀ ਹੈ। ਜ਼ਿੰਦਗੀ ਤੇ ਮੌਤ ਦੀ ਲੜਾਈ ਹੋਣ ਲੱਗਦੀ ਹੈ। ਜਾਨ ਕਿਸ ਨੂੰ ਪਿਆਰੀ ਨਹੀਂ? ਹਰ ਤਾਕਤਵਰ ਆਪ ਤੋਂ ਕਮਜ਼ੋਰ ਨੂੰ ਦਬੋਚਣਾ ਚਾਹੁੰਦਾ ਹੈ। ਹਰ ਕਿਸੇ ਨੂੰ ਆਪਣੀ ਹੋਂਦ ਸਥਾਪਿਤ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਇੰਨੇ ਨੂੰ ਹਵਾ ਦਾ ਤੇਜ਼ ਬੁੱਲਾ ਵਰਾਂਡੇ 'ਚ ਆਉਂਦਾ ਹੈ। ਬੱਦਲ ਗਰਜਦਾ ਹੈ। ਮੇਰੇ ਵਹਿੰਦੇ ਵਹਿੰਦੇ ਕਿਰਲੀ ਦੇ ਮੂੰਹ 'ਚ ਤਿਤਲੀ ਥੱਲੇ ਫਰਸ਼ ਉੱਤੇ ਡਿੱਗ ਪੈਂਦੀ ਹੈ। ਮੈਂ ਹੈਰਾਨ ਹੁੰਦਾ। ਜ਼ਖਮੀ ਤਿਤਲੀ ਜਿਵੇਂ ਕੁਰਲਾ ਰਹੀ ਹੋਵੇ ਤੇ ਖੰਭ ਮਾਰਨੇ ਭੁੱਲ ਗਈ ਹੋਵੇ। ਕਿਰਲੀ ਕੰਧ ਉੱਤੇ ਹੀ ਟਿਕੀ ਰਹਿੰਦੀ ਹੈ। ਉਸਨੂੰ ਸ਼ਿਕਾਰ ਖੁੱਸ ਜਾਣ ਦਾ ਅਫਸੋਸ ਹੋਣ ਲੱਗਦਾ ਹੈ। ਟਿਕੀ ਲਾਈ ਕਿਰਲੀ ਨੂੰ ਜਿਵੇਂ ਆਪਣੀ ਹਾਰ ਦਾ ਪਛਤਾਵਾ ਹੋ ਰਿਹਾ ਹੋਵੇ। ਉਹਦਾ ਕੰਧ ਤੋਂ ਥੱਲੇ ਉਤਰਨ ਦਾ ਹੌਸਲਾ ਨਹੀਂ ਪੈਂਦਾ। ਇੱਕ ਥਾਂ ਹੀ ਟਿਕੀ ਰਹਿੰਦੀ ਹੈ ਜਾਂ ਕਿਸੇ ਹੋਰ ਸ਼ਿਕਾਰ ਬਾਰੇ ਵਿਉਂਤ ਬਣਾਉਣ ਲੱਗਦੀ ਹੈ। ਮੈਂ ਉੱਠਦਾ, ਜ਼ਖਮੀ ਤਿਤਲੀ ਦੇ ਨੇੜੇ ਜਾਂਦਾ ਹਾਂ। ਤਿਤਲੀ ਜਿਵੇਂ ਸਾਹ ਲੈਣਾ ਭੁੱਲ ਗਈ ਹੋਵੇ। ਉਹ ਆਪਣੇ ਕੂਲੇ ਤੇ ਰੇਸ਼ਮ ਵਰਗੇ ਖੰਭ ਹਿਲਾਉਣਾ ਚਾਹੁੰਦੀ ਹੈ। ਮੈਂ ਉਸ ਨੂੰ ਇੱਕ ਕਾਗਜ਼ ਉੱਤੇ ਚੁੱਕ ਲੈਂਦਾ ਹਾਂ। ਲੱਗਦਾ ਹੈ ਉਹ ਜਿਉਣਾ ਚਾਹੁੰਦੀ ਹੈ।
ਸੋਚ ਕੇ ਮੈਂ ਉਹਨੂੰ ਵਰਾਂਡੇ 'ਚ ਰੱਖੇ ਗਮਲੇ ਵਾਲੇ ਫੁੱਲ ਬੂਟੇ ਤੇ ਬਿਠਾ ਦਿੰਦਾ ਹਾਂ। ਹੋਰ ਕੀਤਾ ਵੀ ਕੀ ਜਾਏ, ਫੁੱਲਾਂ ਨੂੰ ਵੇਖ ਕੇ ਸ਼ਾਇਦ ਤਿਤਲੀ ਨੂੰ ਹੋਸ਼ ਆ ਜਾਏ। ਮੈਂ ਸੋਚਦਾ, ਤਿਤਲੀ ਬਾਰੇ ਮੈਨੂੰ ਕਈ ਖਿਆਲ ਆਉਂਦੇ ਹਨ। ਰਾਤ ਲੰਘਦੀ ਹੈ ਤੇ ਸਵੇਰ ਹੁੰਦੀ ਹੈ। ਮੈਂ ਉੱਠਦਾ ਤੇ ਤਿਤਲੀ ਨੂੰ ਵੇਖਣ ਲੱਗਦਾ। ਗਮਲੇ ਦੇ ਫੁੱਲ ਤੋਂ ਤਿਤਲੀ ਉੱਡ ਚੁੱਕੀ ਹੁੰਦੀ ਹੈ। ਫੁੱਲ ਖਿੜਖਿੜਾਉਂਦੇ ਹਨ। ਮੈਨੂੰ ਖੁਸ਼ੀ ਹੁੰਦੀ ਹੈ। ਮੈਨੂੰ ਸਵੇਰ ਹੋਰ ਵੀ ਸੁਹਾਵਣੀ ਜਾਪਣ ਲੱਗਦੀ ਹੈ। ਧੰਨਵਾਦ। ਅਗਲੀ ਕਹਾਣੀ ਹੈ ਚੋਚੀ ਤੇ ਕਾਕੂ। ਇੱਕ ਸੀ ਚੋਚੀ ਚਿੜੀ ਤੇ ਇੱਕ ਸੀ ਕਾਕੂ ਚਿੜਾ। ਚੋਚੀ ਦੇ ਭੂਰੇ ਰੰਗ ਦੇ ਖੰਭਾਂ ਉੱਤੇ ਕਾਲੀਆਂ ਧਾਰੀਆਂ ਬਹੁਤ ਸੁੰਦਰ ਸਨ। ਚੋਚੀ ਜਦੋਂ ਉੱਡਦੀ ਬੜੀ ਪਿਆਰੀ ਲੱਗਦੀ ਤੇ ਜਦੋਂ ਖੁਸ਼ ਹੁੰਦੀ ਤਾਂ ਚੀਂ ਚੀਂ ਕਰਦੀ। ਨਿੱਕੀ ਜਿਹੀ ਚੁੰਝ ਨਾਲ ਦਾਣੇ ਚੁਗਦੀ ਹੋਰ ਵੀ ਸੋਹਣੀ ਲੱਗਦੀ। ਤਿੱਖੀਆਂ ਤਿੱਖੀਆਂ ਪੌਂਚੀਆਂ ਨਾਲ ਟਪੂਸੀਆਂ ਮਾਰਦੀ। ਉਹ ਨਿੱਕੀਆਂ ਨਿੱਕੀਆਂ ਗੋਲ ਅੱਖਾਂ ਨਾਲ ਇੱਧਰ ਉੱਧਰ ਤੱਕਦੀ ਤੇ ਫਿਰ ਫੁਰ ਕਰਕੇ ਉੱਡ ਜਾਂਦੀ। ਚੋਚੀ ਦੇ ਸਾਥੀ ਕਾਕੂ ਦੇ ਮਟਿਆਲੇ ਖੰਭਾਂ ਉੱਤੇ ਕਾਲੀਆਂ ਗੂੜੀਆਂ ਧਾਰੀਆਂ ਸਨ। ਉਸਦੀ ਚੁੰਝ ਦਾ ਰੰਗ ਕਾਲਾ ਸੀ ਤੇ ਪੌਂਚੇ ਭੂਰੇ ਸਨ। ਉਸਦੀ ਛਾਤੀ ਦੇ ਖੰਭ ਚਿੱਟੇ ਸਨ। ਚੋਚੀ ਤੇ ਕਾਕੂ ਖੁਸ਼ੀ ਰਹਿੰਦੇ ਸਨ। ਚੀਂ ਚੀਂ ਕਰਦੇ ਤੇ ਉਡਾਰੀਆਂ ਭਰਦੇ। ਸੁਖਨ ਨੂੰ ਚੋਚੀ ਤੇ ਕਾਕੂ ਬਹੁਤ ਚੰਗੇ ਲੱਗਦੇ। ਉਹ 6ਵੀਂ ਸ਼੍ਰੇਣੀ 'ਚ ਪੜ੍ਹਦੀ ਸੀ। ਉਹ ਵਰਾਂਡੇ 'ਚ ਬੈਠੀ ਉਹਨਾਂ ਨੂੰ ਵੇਖਦੀ ਰਹਿੰਦੀ। ਉਹ ਮਿੱਟੀ ਦੇ ਠੂਲੇ 'ਚ ਪਾਣੀ ਪਾ ਕੇ ਵਿਹੜੇ 'ਚ ਰੱਖ ਦਿੰਦੀ। ਚੋਚੀ ਤੇ ਕਾਕੂ ਪਾਣੀ ਪੀ ਕੇ ਤ੍ਰੇਹ ਬੁਝਾਉਂਦੇ। ਚੁੰਝਾਂ ਉਤਾਂਹ ਨੂੰ ਕਰਕੇ ਜਦੋਂ ਪਾਣੀ ਪੀਂਦੇ ਤਾਂ ਸੁਖਨ ਹੱਸ ਪੈਂਦੀ। ਮੰਮੀ ਵੇਖ ਚੋਚੀ ਤੇ ਕਾਕੂ ਪਾਣੀ ਕਿਵੇਂ ਪੀਂਦੇ। ਸੁਖਨ ਉਹਨਾਂ ਨੂੰ ਰੋਟੀ ਭੋਰ ਕੇ ਵਿਹੜੇ 'ਚ ਪਾ ਦਿੰਦੀ। ਕਦੇ ਖਾਣ ਨੂੰ ਕੋਈ ਮਿੱਠੀ ਚੀਜ਼ ਬਖੇਰ ਦਿੰਦੀ। ਚੋਗਾ ਚੁਗਦੇ ਚੋਚੀ ਤੇ ਕਾਕੂ ਰੱਜ ਜਾਂਦੇ ਤੇ ਖਿੜਖਿੜਾਉਂਦੇ। ਸੁਖਨ ਉਹਨਾਂ ਦੇ ਕੋਲ ਜਾਂਦੀ, ਉਹਨਾਂ ਨੂੰ ਪਕੜਨਾ ਲੋਚਦੀ, ਪਰ ਉਹ ਉੱਡ ਜਾਂਦੇ। ਚੋਚੀ ਤੇ ਕਾਕੂ ਨੇ ਵਰਾਂਡੇ 'ਚ ਇੱਕ ਆਲ੍ਹਣਾ ਬਣਾਉਣ ਦੀ ਸੋਚੀ। ਉਹਨਾਂ ਨੇ ਸਲਾਹ ਕਰਕੇ ਵਰਾਂਡੇ ਦੀ ਅਲਮਾਰੀ ਉੱਤੇ ਥਾਂ ਚੁਣ ਲਈ। ਕਿੰਨੇ ਦਿਨ ਚੋਚੀ ਤੇ ਕਾਕੂ ਆਲ੍ਹਣਾ ਬਣਾਉਣ 'ਚ ਲੱਗੇ ਰਹੇ। ਬਾਹਰੋਂ ਘਾਹ ਫੂਸ ਤੇ ਤਿਣਕੇ ਲਿਆਉਣ 'ਚ ਲੱਗੇ ਰਹੇ। ਬੜੀ ਮਿਹਨਤ ਕਰਕੇ ਉਹਨਾਂ ਦੋਵਾਂ ਨੇ ਰਲ ਕੇ ਆਲ੍ਹਣਾ ਬਣਾਇਆ। ਸੁਖਨ ਉਹਨਾਂ ਨੂੰ ਵੇਖਦੀ ਰਹਿੰਦੀ। ਸੁਖਨ ਦੇ ਘਰ 'ਚ ਉਹਨਾਂ ਦਾ ਵੀ ਘਰ ਬਣ ਗਿਆ ਸੀ। ਹੁਣ ਚੋਚੀ ਤੇ ਕਾਕੂ ਬਹੁਤ ਖੁਸ਼ ਸਨ। ਚੋਚੀ ਨੇ ਆਲ੍ਹਣੇ 'ਚ ਆਂਡੇ ਦੇ ਦਿੱਤੇ। ਆਂਡਿਆਂ ਦੀ ਸੰਭਾਲ 'ਚ ਚੋਚੀ ਸਾਰਾ ਦਿਨ ਰੁੱਝੀ ਰਹਿੰਦੀ। ਸੁਖਨ ਉਹਦੀ ਮਿਹਨਤ ਤੇ ਪਿਆਰ ਨੂੰ ਵੇਖ ਕੇ ਬੜੀ ਹੈਰਾਨ ਹੁੰਦੀ। ਮੰਮੀ ਵੇਖ ਚੋਚੀ ਤੇ ਕਾਕੂ ਨੂੰ ਆਪਣਾ ਆਲ੍ਹਣਾ ਕਿੰਨਾ ਪਿਆਰਾ ਹੈ। ਹਾਂ, ਪੰਛੀਆਂ ਨੂੰ ਵੀ ਆਪਣਾ ਕੋਈ ਨਾ ਕੋਈ ਟਿਕਾਣਾ ਬਣਾਉਣਾ ਹੀ ਪੈਂਦਾ ਹੈ, ਸੁਖਨ ਦੀ ਮੰਮੀ ਨੇ ਹੁੰਗਾਰਾ ਭਰਦਿਆਂ ਕਿਹਾ। ਆਂਡਿਆਂ 'ਚੋਂ ਕੁਝ ਦਿਨਾਂ ਬਾਅਦ ਬੋਟ ਨਿਕਲ ਆਏ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਆਲ੍ਹਣੇ 'ਚੋਂ ਬੋਟਾਂ ਦੀ ਸੰਗੀਤਕ ਆਵਾਜ਼ ਆਉਂਦੀ ਰਹਿੰਦੀ। ਚੋਚੀ ਤੇ ਕਾਕੂ ਹੁਣ ਬਹੁਤ ਖੁਸ਼ ਹੁੰਦੇ। ਦੋਵੇਂ ਆਲ੍ਹਣੇ ਦੇ ਨੇੜੇ ਤੇੜੇ ਰਹਿੰਦੇ। ਕਈ ਦਿਨ ਲੰਘ ਗਏ। ਗਰਮੀ ਦੀ ਰੁੱਤ ਸੀ। ਐਤਵਾਰ ਦਾ ਦਿਨ ਸੀ। ਸੁਖਨ ਵਰਾਂਡੇ 'ਚ ਬੈਠੀ ਰਸਾਲਾ ਪੜ੍ਹ ਰਹੀ ਸੀ। ਉੱਤੇ ਛੱਤ ਵਾਲਾ ਪੱਖਾ ਚੱਲ ਰਿਹਾ ਸੀ। ਸੁਖਨ ਰਸਾਲਾ ਪੜ੍ਹਨ 'ਚ ਮਗਨ ਸੀ। ਉਸਦੀ ਮੰਮੀ ਰਸੋਈ 'ਚ ਕੰਮ ਕਰ ਰਹੀ ਸੀ। ਵਰਾਂਡੇ 'ਚ ਛੱਤ ਵਾਲਾ ਪੱਖਾ ਤੇਜ਼ੀ ਨਾਲ ਘੁੰਮ ਰਿਹਾ ਸੀ। ਅਚਾਨਕ ਖੜਾਕ ਹੋਇਆ। ਸੁਖਨ ਡਰ ਗਈ। ਉਹਨੂੰ ਇੰਜ ਲੱਗਾ ਜਿਵੇਂ ਕੋਈ ਚੀਜ਼ ਛੱਤ ਵਾਲੇ ਪੱਖੇ ਨਾਲ ਟਕਰਾਈ ਹੋਵੇ। ਉਸਨੇ ਰਸਾਲਾ ਥਾਂ ਹੀ ਰੱਖ ਦਿੱਤਾ। ਇੱਧਰ ਉੱਧਰ ਤੱਕਿਆ ਤੇ ਉੱਠ ਖੜੋਈ। ਸੁਖਨ ਨੇ ਵੇਖਿਆ ਕਿ ਚੋਚੀ ਵਰਾਂਡੇ ਦੇ ਇੱਕ ਖੂੰਜੇ ਡਿੱਗੀ ਪਈ ਸੀ। ਸੁਖਨ ਦਾ ਤਰਾਹ ਨਿਕਲ ਗਿਆ। ਉਹਨੇ ਚੀਕ ਮਾਰੀ। ਚੀਕ ਸੁਣ ਕੇ ਉਹਦੀ ਮੰਮੀ ਰਸੋਈ 'ਚੋਂ ਭੱਜੀ ਆਈ। ਹੈਂ ਬੇਟੀ, ਕੀ ਹੋਇਆ? ਮੰਮੀ ਚੋਚੀ ਨੂੰ ਵੇਖ ਕੀ ਹੋ ਗਿਆ? ਸੁਖਨ ਇੰਨਾ ਹੀ ਆਖ ਸਕੀ। ਚੋਚੀ ਜ਼ਖਮੀ ਹੋਈ ਪਈ ਸੀ। ਉਹਦੇ ਟੁੱਟੇ ਖੰਭ ਖਿਲਰੇ ਹੋਏ ਸਨ। ਚੁੰਝ ਬੰਦ ਸੀ ਤੇ ਅੱਖਾਂ ਮਿਟੀ ਚੋਚੀ ਬੇਸੁੱਧ ਪਈ ਸੀ। ਖੂਨ ਦੇ ਛਿੱਟੇ ਫਰਸ਼ ਤੇ ਡਿੱਗੇ ਪਏ ਸਨ। ਚੋਚੀ ਵੇਖੀ ਨਹੀਂ ਸੀ ਜਾਂਦੀ। ਉਹ ਟੱਡੇ ਹੋਏ ਹੱਥਾਂ ਨਾਲ ਖੜੀ ਸੀ। ਧੀਏ, ਚੋਚੀ ਤਾਂ ਵਿਚਾਰੀ ਖਤਮ ਹੋ ਗਈ, ਸੁਖਨ ਦੀ ਮੰਮੀ ਨੇ ਬਹੁਤ ਹੀ ਮਸੋਸੇ ਦਿਲ ਨਾਲ ਕਿਹਾ। ਸੁਖਨ ਦਾ ਗੱਚ ਭਰ ਆਇਆ। ਉਹਦਾ ਦਿਲ ਕੀਤਾ ਕਿ ਉਹ ਪੱਖੇ ਨੂੰ ਸਜ਼ਾ ਦੇਵੇ, ਪਰ ਇਸ ਵਿੱਚ ਪੱਖੇ ਦਾ ਕੀ ਕਸੂਰ ਸੀ। ਉਹਨੇ ਝੱਟ ਪੱਖਾ ਬੰਦ ਕਰ ਦਿੱਤਾ। ਧੀਏ ਜਾ, ਇਹਨੂੰ ਬਾਹਰ ਦਫਨਾਇਆ, ਸੁਖਨ ਦੀ ਮੰਮੀ ਨੇ ਕਿਹਾ। ਉਦਾਸ ਮਨ ਨਾਲ ਸੁਖਨ ਨੇ ਚੋਚੀ ਨੂੰ ਰੁਮਾਲ ਨਾਲ ਚੁੱਕਿਆ। ਗਲੀ ਤੇ ਕਈ ਬੱਚੇ ਸੁਖਨ ਨਾਲ ਚੋਚੀ ਨੂੰ ਲੈ ਕੇ ਬਾਹਰ ਨੂੰ ਤੁਰ ਪਏ। ਉਹਨਾਂ ਦੇ ਚਿਹਰਿਆਂ ਤੇ ਉਦਾਸੀ ਸੀ। ਸੁਖਨ ਚੋਚੀ ਬਾਰੇ ਆਪਣੀਆਂ ਸਹੇਲੀਆਂ ਨੂੰ ਦੱਸਦੀ ਜਾ ਰਹੀ ਸੀ।
ਟੋਆ ਪੁੱਟ ਕੇ ਚੋਚੀ ਨੂੰ ਰੁਮਾਲ ਨਾਲ ਢੱਕ ਕੇ ਦੱਬ ਦਿੱਤਾ ਗਿਆ। ਭਰੇ ਹੋਏ ਮਨ ਨਾਲ ਸੁਖਨ ਘਰ ਆਈ। ਵਿਹੜਾ ਉਦਾਸ ਸੀ। ਕਾਕੂ ਵਿਹੜੇ ਚ ਆਉਂਦਾ ਤੇ ਉੱਡ ਜਾਂਦਾ। ਚੋਚੀ ਉਹਨੂੰ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੀ। ਉਹ ਉਹਨੂੰ ਇੱਧਰ ਉੱਧਰ ਲੱਭ ਰਿਹਾ ਸੀ। ਕਦੇ ਆਲਣੇ ਵੱਲ ਤੱਕਦਾ, ਕਦੇ ਬੋਟਾਂ ਦੀ ਆਵਾਜ਼ ਸੁਣਦਾ। ਦੂਜੇ ਦਿਨ ਸੁਖਨ ਨੇ ਵੇਖਿਆ ਕਾਕੂ ਉਦਾਸ ਹੋਇਆ ਆਲਣੇ ਕੋਲ ਬੈਠਾ ਸੀ। ਉਹਦੀ ਖੁਸ਼ੀ ਜਿਵੇਂ ਉੱਡ ਗਈ ਹੋਵੇ। ਆਲਣੇ ਚੋਂ ਮਾਂ ਮੈਟਰ ਬੋਟਾਂ ਦੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਆ ਰਹੀਆਂ ਸਨ। ਸੁਖਨ ਸੋਚਣ ਲੱਗਾ ਕਿ ਹੁਣ ਬੋਟ ਆਪਣੀ ਮਾਂ ਨੂੰ ਕਿੱਥੋਂ ਲੱਭਣਗੇ? ਇਹਨਾਂ ਨੂੰ ਚੋਗਾ ਕੌਣ ਦੇਗਾ? ਇਹਨਾਂ ਨਾਲ ਗੱਲਾਂ ਕੌਣ ਕਰੇਗਾ? ਇਹਨਾਂ ਨੂੰ ਮਾਂ ਦਾ ਪਿਆਰ ਕਿੱਥੋਂ ਮਿਲੇਗਾ? ਕਿੰਨਾ ਹੀ ਚਿਰ ਸੁਖਨ ਬੈਠੀ ਸੋਚਦੀ ਰਹੀ। ਧੰਨਵਾਦ। ਅਗਲੀ ਕਹਾਣੀ ਹੈ ਅਨੋਖੀ ਸਜ਼ਾ। ਸ਼ਾਮ ਦਾ ਵੇਲਾ ਸੀ। ਅਸੀਂ ਆਪਣੇ ਘਰ ਦੇ ਗੁਆਂਢ ਵਾਲੇ ਵਿਹੜੇ 'ਚ ਖੇਡ ਰਹੀਆਂ ਸਾਂ। ਵਿਹੜਾ ਬੜਾ ਖੁੱਲ੍ਹਾ ਸੀ। ਅਸੀਂ ਉੱਥੇ ਹੀ ਰਲ ਮਿਲ ਖੇਡਦੀਆਂ ਹੁੰਦੀਆਂ ਸੀ। ਮੈਂ, ਮੇਰੀਆਂ 2 ਭੈਣਾਂ, ਮੇਰੀਆਂ ਸਹੇਲੀਆਂ ਦੀਪੀ, ਪੰਮੀ, ਭੋਲੀ, ਜੀਤੀ, ਕੁੰਤੀ, ਸੰਤੀ ਤੇ ਬੀਰੋ। ਸਭ ਤੋਂ ਪਹਿਲਾਂ ਅਸੀਂ ਪੀਚੋ ਖੇਡਣੀ ਸ਼ੁਰੂ ਕੀਤੀ। ਧਰਤੀ ਤੇ ਲੀਕਾਂ ਵਾਹੀਆਂ ਤੇ ਠੀਕਰੀ ਲੈ ਕੇ ਵਾਰੀ ਮਿੱਚੀ ਤੇ ਖੇਡ ਸ਼ੁਰੂ ਹੋ ਗਈ। ਵਾਰੀ ਸਭ ਨੇ ਆਪੋ ਆਪਣੀ ਪੀਤੀ ਲਿੱਤੀ। ਸਾਨੂੰ ਸਾਰੀਆਂ ਕੁੜੀਆਂ ਨੂੰ ਰਲ ਕੇ ਖੇਡਣਾ ਬੜਾ ਚੰਗਾ ਲੱਗਦਾ। ਦੀਪੀ ਕਹਿਣ ਲੱਗੀ, ਚਲੋ ਹੁਣ ਕੋਟਲਾ ਛਪਾਕੀ ਖੇਡੀਏ, ਤੇ ਸਾਰੀਆਂ ਕਹਿਣ ਲੱਗੀਆਂ, ਹਾਂ ਕੋਟਲਾ ਛਪਾਕੀ ਖੇਡੀਏ। ਪੰਮੀ ਨੇ ਝੱਟ ਆਪਣੀ ਚੁੰਨੀ ਦਾ ਕੋਰੜਾ ਬਣਾ ਲਿਆ ਸੀ। ਬਾਕੀ ਦੀਆਂ ਗੋਲ ਚੱਕਰ ਬਣਾ ਕੇ ਬੈਠ ਗਈਆਂ। ਕੋਰੜਾ ਲੈ ਕੇ ਪੰਮੀ ਨੇ ਗੋਲ ਚੱਕਰ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ। ਪੀਤੀ ਦਿੰਦੀ ਪੰਮੀ ਨੇ ਖੇਡ ਗੀਤ ਗਾਉਣਾ ਸ਼ੁਰੂ ਕੀਤਾ। ਕੋਟਲਾ ਛਪਾਕੀ ਜੁਮੇਰਾਤ ਆਈ ਏ। ਅਸੀਂ ਅੱਗੋਂ ਉੱਤਰ ਦਿੰਦੀਆਂ, ਜਿਹੜਾ ਅੱਗੇ ਪਿੱਛੇ ਵੇਖੂ ਉਹਦੀ ਸ਼ਾਮਤ ਆਈ ਏ। ਗੀਤ ਦੇ ਨਾਲ ਨਾਲ ਖੇਡ ਖੂਬ ਭਖ ਗਈ। ਕਦੇ ਕਿਸੇ ਪਿੱਛੇ ਕੋਰੜਾ ਲੁਕੋਇਆ ਜਾਂਦਾ, ਕਦੇ ਕਿਸੇ ਪਿੱਛੇ। ਜਿਸ ਤੋਂ ਕੋਰੜਾ ਚੁੱਕਿਆ ਨਾ ਜਾਂਦਾ ਉਹਦੀ ਪਿੱਠ ਤੇ ਕੋਰੜੇ ਦੀ ਵਰਖਾ ਵਾਹਵਾ ਹੁੰਦੀ। ਪਿੱਠ ਤੇ ਕੋਰੜਾ ਵੱਜਦਾ ਤੇ ਅਗਲਾ ਅੱਗੇ ਭੱਜਦਾ ਤੇ ਥਾਂ ਮੱਲਣ ਦੀ ਕਰਦਾ। ਕੋਟਲਾ ਛਪਾਕੀ ਖੇਡ ਅਸੀਂ ਹਫ ਗਈਆਂ। ਜੀ ਕਰਦਾ ਸੀ ਹੁਣ ਕੋਈ ਹੋਰ ਖੇਡ ਖੇਡੀਏ। ਮੈਂ ਸਹੇਲੀਆਂ ਨੂੰ ਦੱਸੇ ਬਿਨਾਂ ਆਪਣੇ ਘਰ ਨੂੰ ਭੱਜ ਲਈ। ਹਫਦੀ ਮੈਂ ਆਪਣੀ ਮੰਮੀ ਨੂੰ ਕਹਿਣ ਲੱਗੀ, ਮੰਮੀ ਭੈਣ ਮੋਣੀ ਦੇ ਪੈਰ ਦਾ ਗਿੱਟਾ ਮੁੱਚ ਗਿਆ। ਹੈ ਕਿਵੇਂ, ਕਿੱਥੇ? ਮੰਮੀ ਘਬਰਾਈ ਹੋਈ ਬੋਲੀ। ਮੰਮੀ ਨੇ ਝੱਟ ਹੱਥੀ ਕੰਮ ਛੱਡ ਦਿੱਤਾ ਤੇ ਵਿਹੜੇ 'ਚ ਆ ਪੁੱਜੀ। ਆਉਂਦੀ ਨੇ ਉਹਨੇ ਮੇਰੇ ਛੋਟੇ ਵੀਰ ਨੂੰ ਪਿੰਡ ਦੇ ਦਰਵਾਜ਼ੇ ਤੋਂ ਪਿਤਾ ਜੀ ਨੂੰ ਬੁਲਾਉਣ ਲਈ ਸੁਨੇਹਾ ਵੀ ਭੇਜ ਦਿੱਤਾ। ਧੀਏ ਮੋਣੀ, ਗਿੱਟਾ ਕਿਵੇਂ ਮੁੱਚ ਗਿਆ? ਕਿਹੜਾ? ਲਿਆ ਵਿਖਾ ਤਾਂ, ਧਿਆਨ ਨਾਲ ਖੇਡਣਾ ਸੀ। ਮੰਮੀ ਨੇ ਆਉਂਦਿਆਂ ਹੀ ਪੁੱਛਣਾ ਸ਼ੁਰੂ ਕਰ ਦਿੱਤਾ। ਭਲਾ ਗਿੱਟਾ ਤਾਂ ਮੁੱਚਿਆ ਹੀ ਨਹੀਂ ਸੀ। ਮੋਣੀ ਭੈਣ ਸੁਣ ਕੇ ਹੈਰਾਨ ਹੋ ਰਹੀ ਸੀ ਤੇ ਸਹੇਲੀਆਂ ਵੀ ਹੱਕੀਆਂ ਬੱਕੀਆਂ ਹੋ ਰਹੀਆਂ ਸਨ। ਮੰਮੀ ਨੂੰ ਜਿਵੇਂ ਕੁਝ ਸਮਝ ਨਹੀਂ ਸੀ ਆ ਰਿਹਾ। ਮੈਂ ਅੰਦਰੋਂ ਅੰਦਰੀ ਆਪਣੀ ਸ਼ਰਾਰਤ ਤੇ ਚਲਾਕੀ ਤੇ ਹੱਸ ਰਹੀ ਸੀ, ਜਿਵੇਂ ਮੈਂ ਸਭ ਦਾ ਬੁੱਧੂ ਬਣਾ ਦਿੱਤਾ ਹੋਵੇ। ਮੰਮੀ, ਮੈਨੂੰ ਤਾਂ ਕੁਝ ਨਹੀਂ ਹੋਇਆ, ਮੋਣੀ ਕਹਿ ਰਹੀ ਸੀ। ਇੰਨੇ ਨੂੰ ਪਿਤਾ ਜੀ ਵੀ ਹੱਥ 'ਚ ਸਰੋਂ ਦੇ ਤੇਲ ਦੀ ਸ਼ੀਸ਼ੀ, ਰੂੰ ਤੇ ਪੱਟੀ ਲੈ ਕੇ ਉੱਥੇ ਆ ਗਏ। ਉਹਨਾਂ ਦੇ ਚਿਹਰੇ ਉੱਤੇ ਘਬਰਾਹਟ ਸੀ। ਛੋਟਾ ਵੀਰ ਚੁੱਪ ਕੀਤਾ ਖਲੋਤਾ ਸੀ। ਹੋ ਸਕਦਾ ਕਿਤੇ ਬੇਟੀ ਮੋਣੀ ਦੇ ਸੱਟ ਵੱਧ ਹੀ ਨਾ ਲੱਗੀ ਹੋਵੇ। ਲੜਕੀ ਦਾ ਮਾਮਲਾ, ਬੱਚੇ ਤਾਂ ਠੀਕ ਠਾਕ ਰਹਿਣ ਤਾਂ ਹੀ ਚੰਗਾ, ਪਰ ਬੱਚਿਆਂ ਨੂੰ ਖੇਡਣ ਤੋਂ ਰੋਕਿਆ ਵੀ ਨਹੀਂ ਜਾ ਸਕਦਾ। ਖੇਡਣਾ ਵੀ ਜ਼ਰੂਰੀ ਹੈ। ਸੱਟ ਦਾ ਕੀ ਹੈ, ਕਿਸੇ ਦੇ ਕਦੇ ਵੀ ਲੱਗ ਸਕਦੀ ਹੈ, ਪਰ ਬੱਚਿਆਂ ਨੂੰ ਸਮਝਾਇਆ ਵੀ ਕਿਵੇਂ ਜਾਏ। ਅਲੜ ਉਮਰ। ਇੱਕ ਵੇਰ ਤਾਂ ਪਿਤਾ ਜੀ ਨੂੰ ਵੇਖ ਕੇ ਡਰ ਗਈ। ਸੋਚ ਰਹੀ ਸਾਂ ਹੁਣ ਖੁੰਬ ਠੱਪ ਹੋਊ। ਉਹ ਵੀ ਸਹੇਲੀਆਂ ਦੇ ਸਾਹਮਣੇ, ਉੱਥੋਂ ਭੱਜਦੀ ਵੀ ਕਿਵੇਂ। ਮੇਰਾ ਮੂੰਹ ਉਤਰ ਗਿਆ। ਮੈਂ ਭਿੱਜੀ ਹੋਈ ਬਿੱਲੀ ਵਾਂਗ ਖਲੋਤੀ ਸੀ। ਡਰੀ ਸਹਿਮੀ ਸਹੇਲੀਆਂ ਚੁੱਪ ਕੀਤੀਆਂ ਮੇਰੇ ਵੱਲ ਤੱਕ ਰਹੀਆਂ ਸਨ, ਜਿਵੇਂ ਸਭ ਦੇ ਸਾਹ ਸੀਤੇ ਗਏ ਹੋਣ। ਮੈਂ ਉਹਨਾਂ ਵਿੱਚ ਸਭ ਤੋਂ ਵੱਡੀ ਸੀ, ਚਲਾਕੋ ਮਾਸੀ। ਮੰਮੀ ਨੇ ਮੇਰੀ ਤਾੜ ਫਾੜ ਕਰਨੀ ਚਾਹੀ। ਉਹ ਮੈਨੂੰ ਅੱਖਾਂ ਨਾਲ ਘੂਰਨਾ ਚਾਹੁੰਦੀ ਸੀ, ਪਰੰਤੂ ਪਿਤਾ ਜੀ ਨੇ ਉਹਨੂੰ ਰੋਕ ਦਿੱਤਾ। ਮੇਰਾ ਝੂਠ ਨੰਗਾ ਹੋ ਗਿਆ ਸੀ। ਪਿਤਾ ਜੀ ਨੇ ਕਿਹਾ, ਅੱਛਾ ਬੱਚਿਓ, ਤੁਸੀਂ ਤਾਂ ਖੇਡੋ। ਮੈਂ ਹੋਰ ਵੀ ਡਰ ਗਈ। ਕੋਟਲਾ ਛਪਾਕੀ ਵਿੱਚ ਤਾਂ ਮੇਰੀ ਸ਼ਾਮਤ ਨਹੀਂ ਸੀ ਆਈ, ਪਰੰਤੂ ਹੁਣ ਮੇਰੀ ਸ਼ਾਮਤ ਜ਼ਰੂਰ ਆਈ ਹੋਈ ਸੀ। ਪਿਤਾ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ। ਮੈਂ ਜਿਵੇਂ ਕੰਬ ਰਹੀ ਹੋਵਾਂ। ਪਿਤਾ ਜੀ ਨੇ ਮੈਥੋਂ ਮੇਰੀ ਚੁੰਨੀ ਲਈ ਤੇ ਵਿਹੜੇ 'ਚ ਖੜੋਤੇ ਸਫੈਦੇ ਦੇ ਰੁੱਖ ਨਾਲ ਮੈਨੂੰ ਬੰਨ੍ਹ ਦਿੱਤਾ। ਕੋਰੜੇ ਵਾਲੀ ਚੁੰਨੀ ਹੁਣ ਮੇਰੇ ਆਲੇ ਦੁਆਲੇ ਲਿਪਟੀ ਹੋਈ ਸੀ। ਮੈਂ ਨੂੜੀ ਖੜੀ ਸਾਂ ਤੇ ਮੇਰੀਆਂ ਸਹੇਲੀਆਂ ਖੇਡ ਦਾ ਆਨੰਦ ਮਾਣ ਰਹੀਆਂ ਸਨ। ਕਦੇ ਉਹ ਮੇਰੇ ਵੱਲ ਤੱਕ ਵੀ ਲੈਂਦੀਆਂ। ਜੰਗਲ 'ਚ ਡਾਕੂਆਂ ਦੇ ਨੂੜੇ ਹੋਏ ਮੁਖੀ ਦੀ ਵਾਰਤਾ ਮੈਨੂੰ ਯਾਦ ਆ ਰਹੀ ਸੀ। ਮੈਂ ਅੱਖਾਂ ਨੀਵੀਆਂ ਪਾਈ ਖੜੋਤੀ ਸਾਂ।
ਮੈਨੂੰ ਆਪਣੀ ਗਲਤੀ ਤੇ ਪਛਤਾਵਾ ਹੋ ਰਿਹਾ ਸੀ। ਝੂਠ ਬੋਲਣ ਕਾਰਨ ਮੇਰੀ ਖੇਡ ਬੰਦ ਹੋ ਗਈ ਸੀ। 10 ਕੁ ਮਿੰਟਾਂ ਪਿੱਛੋਂ ਪਿਤਾ ਜੀ ਨੇ ਮੇਰੀ ਚੁੰਨੀ ਖੋਲ ਦਿੱਤੀ। ਮੈਨੂੰ ਸੁੱਖ ਦਾ ਸਾਹ ਆਇਆ, ਜਿਵੇਂ ਮੈਂ ਮੁਕਤ ਹੋ ਗਈ ਹੋਵਾਂ। 10 ਮਿੰਟ ਮੈਨੂੰ ਕਈ ਘੰਟਿਆਂ ਜਿੰਨੇ ਲੰਮੇ ਲੱਗੇ। ਜਾ ਹੁਣ ਤੂੰ ਵੀ ਆਪਣੀਆਂ ਸਹੇਲੀਆਂ ਨਾਲ ਖੇਡ ਲੈ। ਧੀਏ ਅੱਗੋਂ ਕਦੇ ਝੂਠ ਨਾ ਬੋਲੀ। ਬਸ ਤੈਨੂੰ ਅੱਜ ਇਹੀ ਸਜ਼ਾ ਦੇਣੀ ਸੀ। ਪਿਤਾ ਜੀ ਦੇ ਬੋਲ ਮੇਰੇ ਕੰਨਾਂ 'ਚ ਗੂੰਜ ਰਹੇ ਸਨ। ਮੈਂ ਮਾਫੀ ਮੰਗੀ, ਕੰਨਾਂ ਨੂੰ ਹੱਥ ਲਾਏ ਤੇ ਮੁੜ ਕਦੇ ਝੂਠ ਨਾ ਬੋਲਣ ਦਾ ਪ੍ਰਣ ਕੀਤਾ। ਮਾਤਾ ਜੀ ਹੈਰਾਨ ਹੋਏ ਮੇਰੇ ਵੱਲ ਤੱਕ ਰਹੇ ਸਨ। ਧੰਨਵਾਦ। ਅਗਲੀ ਕਹਾਣੀ ਹੈ ਸਫਲਤਾ ਦਾ ਭੇਤ। ਅਪ੍ਰੈਲ ਦਾ ਪਹਿਲਾ ਹਫ਼ਤਾ ਸੀ। ਥੋੜੀ ਥੋੜੀ ਗਰਮੀ ਪੈਣੀ ਸ਼ੁਰੂ ਹੋ ਗਈ ਸੀ। ਸਕੂਲਾਂ 'ਚ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਨਿਕਲ ਚੁੱਕੇ ਸਨ। ਵਿਦਿਆਰਥੀ ਅਗਲੀਆਂ ਸ਼੍ਰੇਣੀਆਂ ਲਈ ਨਵੀਆਂ ਪੁਸਤਕਾਂ, ਕਾਪੀਆਂ ਤੇ ਹੋਰ ਸਮੱਗਰੀ ਲੈਣ ਲਈ ਉਤਾਵਲੇ ਹੋ ਰਹੇ ਸਨ। ਜਿਹੜੇ ਵਿਦਿਆਰਥੀ ਪਾਸ ਹੋਏ ਸਨ ਉਹਨਾਂ ਨੂੰ ਚਾਅ ਚੜਿਆ ਹੋਇਆ ਸੀ। ਉਹ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ। ਉਹਨਾਂ ਦੇ ਮਾਪੇ ਵੀ ਖੁਸ਼ੀ 'ਚ ਮਠਿਆਈ ਵੰਡ ਰਹੇ ਸਨ। ਚੰਗੇ ਨੰਬਰ ਲੈਣ ਵਾਲੇ ਬੱਚਿਆਂ ਨੂੰ ਤੋਹਫੇ ਮਿਲ ਰਹੇ ਸਨ। ਸਫਲਤਾ ਦੀ ਖੁਸ਼ੀ ਕਿਸ ਨੂੰ ਨਹੀਂ ਹੁੰਦੀ, ਪਰੰਤੂ ਕੁਲਤਾਰ ਦਾ ਮਿੱਤਰ ਦਲਬੀਰ ਪ੍ਰੀਖਿਆ 'ਚੋਂ ਫੇਲ ਹੋ ਗਿਆ ਸੀ। ਉਹ ਦੋਵੇਂ 9ਵੀਂ ਸ਼੍ਰੇਣੀ 'ਚ ਪੜ੍ਹਦੇ ਸਨ। ਦਲਬੀਰ ਸ਼ੁਰੂ 'ਚ ਪੜ੍ਹਾਈ 'ਚ ਚੰਗਾ ਸੀ, ਪਰੰਤੂ ਪ੍ਰੀਖਿਆ ਤੋਂ ਕੁਝ ਮਹੀਨੇ ਪਹਿਲਾਂ ਉਹ ਲਾਪਰਵਾਹ ਹੁੰਦਾ ਚਲਾ ਗਿਆ। ਉਸਨੇ ਕੁਲਤਾਰ ਦਾ ਸਾਥ ਛੱਡ ਕੇ ਹੋਰ ਮੁੰਡਿਆਂ ਨਾਲ ਜੋਟੀ ਬਣਾ ਲਈ, ਜਿਹੜੇ ਭੈੜੀਆਂ ਆਦਤਾਂ ਵਾਲੇ ਸਨ। ਕਈ ਵਾਰ ਉਹ ਸਕੂਲੋਂ ਵੀ ਗੈਰ ਹਾਜ਼ਰ ਰਹਿੰਦਾ। ਕੁਲਤਾਰ ਦਾ ਦਿਲ ਵੀ ਦੁਖੀ ਹੁੰਦਾ। ਉਸਨੇ ਆਪਣੇ ਮਿੱਤਰ ਦਲਬੀਰ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰੰਤੂ ਉਸਦੇ ਕੰਨ ਤੇ ਜੂੰ ਤੱਕ ਨਾ ਸਰਕੀ। ਦਲਬੀਰ ਆਪਣਾ ਬਹੁਤਾ ਸਮਾਂ ਪੜ੍ਹਾਈ 'ਚ ਲਾਉਣ ਦੀ ਥਾਂ ਫਜ਼ੂਲ ਗੱਲਾਂ 'ਚ ਲਾਉਂਦਾ ਰਹਿੰਦਾ। ਘਰੋਂ ਗਿਆ ਕਿੰਨਾ ਚਿਰ ਵਾਪਸ ਨਾ ਮੁੜਦਾ। ਉਸਦੇ ਮਾਪੇ ਵੀ ਉਹਨੂੰ ਸਮਝਾਉਂਦੇ ਰਹਿੰਦੇ। ਉਹਦੀ ਲਾਪਰਵਾਹੀ ਦਾ ਨਤੀਜਾ ਇਹ ਹੋਇਆ ਕਿ ਉਹ 9ਵੀਂ 'ਚੋਂ ਫੇਲ ਹੋ ਗਿਆ। ਉਧਰ ਕੁਲਤਾਰ ਦੇ ਮਾਪੇ ਖੁਸ਼ ਸਨ, ਕਿਉਂਕਿ ਉਸਨੇ ਚੰਗੇ ਨੰਬਰ ਪ੍ਰਾਪਤ ਕੀਤੇ ਸਨ। ਅਧਿਆਪਕ ਵੀ ਉਹਦੀ ਪ੍ਰਸ਼ੰਸਾ ਕਰ ਰਹੇ ਸਨ। ਫੇਲ ਹੋਣ ਨਾਲ ਦਲਬੀਰ ਦਾ ਦਿਲ ਟੁੱਟ ਗਿਆ। ਉਹ ਮਸੋਸਿਆ ਰਹਿਣ ਲੱਗਾ। ਉਹ ਆਪਣੇ ਸਹਿਪਾਠੀਆਂ ਤੋਂ ਪਿੱਛੇ ਰਹਿਣ ਕਾਰਨ ਉਦਾਸ ਸੀ। ਉਸ ਨਾਲੋਂ ਘੱਟ ਨੰਬਰ ਲੈਣ ਵਾਲੇ ਕਈ ਵਿਦਿਆਰਥੀ ਸਾਲਾਨਾ ਪ੍ਰੀਖਿਆ ਪਾਸ ਕਰ ਗਏ ਸਨ। ਦਲਬੀਰ ਨੂੰ ਆਪਣੀ ਹੇਠੀ ਮਹਿਸੂਸ ਹੋਣ ਲੱਗੀ। ਉਹਦੀ ਅਜਿਹੀ ਹਾਲਤ ਹੋ ਗਈ ਕਿ ਉਹ ਪੜ੍ਹਾਈ ਛੱਡ ਦੇਣ ਲਈ ਸੋਚਣ ਲੱਗਾ। ਉਹ ਸਕੂਲ ਜਾਣ ਤੋਂ ਕੰਨੀ ਕਤਰਾਉਣ ਲੱਗਾ। ਉਹਦੇ ਮਾਪਿਆਂ ਨੂੰ ਵੀ ਚਿੰਤਾ ਹੋਣ ਲੱਗੀ। ਉਹਨਾਂ ਨੇ ਆਪਣੇ ਪੁੱਤਰ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਹਦੇ ਮਿੱਤਰ ਕੁਲਤਾਰ ਨੇ ਵੀ ਉਹਨੂੰ ਹੌਸਲਾ ਦੇਣਾ ਚਾਹਿਆ, ਪਰੰਤੂ ਉਹਦਾ ਦਿਲ ਨਾ ਟਿਕ ਸਕਿਆ। ਕਈ ਦਿਨ ਲੰਘ ਗਏ। ਇੱਕ ਦਿਨ ਦਲਬੀਰ ਉਦਾਸਿਆ ਵਰਾਂਡੇ 'ਚ ਬੈਠਾ ਸੀ। ਘਰ ਕੋਈ ਨਹੀਂ ਸੀ। ਦੁਪਹਿਰ ਦਾ ਵੇਲਾ ਸੀ। ਇੱਕ ਚਿੜਾ ਤੇ ਚਿੜੀ ਵਰਾਂਡੇ ਦੀ ਛੱਤ ਵਿੱਚ ਆਲ੍ਹਣਾ ਬਣਾਉਣ 'ਚ ਲੱਗੇ ਹੋਏ ਸਨ। ਛੱਤ ਦੇ ਖੁੱਲੇ ਗਾਡਰ ਦੇ ਸਿਰੇ ਉੱਤੇ ਚਿੜਾ ਤੇ ਚਿੜੀ ਕਈ ਦਿਨਾਂ ਤੋਂ ਆਲ੍ਹਣਾ ਬਣਾਉਣ ਦਾ ਯਤਨ ਕਰ ਰਹੇ ਸਨ, ਪਰ ਆਲ੍ਹਣਾ ਬਣਨ 'ਚ ਨਹੀਂ ਸੀ ਆਉਂਦਾ। ਚਿੜਾ ਤੇ ਚਿੜੀ ਫੇਰ ਵੀ ਆਲ੍ਹਣਾ ਬਣਾਉਣ 'ਚ ਲੱਗੇ ਹੋਏ ਸਨ। ਘਾਹ ਫੂਸ ਤੇ ਤੀਲੇ ਥੱਲੇ ਫਰਸ਼ ਤੇ ਡਿੱਗ ਜਾਂਦੇ। ਦਲਬੀਰ ਦੀ ਮਾਤਾ ਜੀ ਹਰ ਰੋਜ਼ ਥੱਲੇ ਡਿੱਗੇ ਘਾਹ ਫੂਸ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਦਿੰਦੀ। ਚਿੜਾ ਤੇ ਚਿੜੀ ਰੱਸੀਆਂ, ਘਾਹ ਦੇ ਤਿਣਕੇ ਤੇ ਡੱਕੇ ਬੜੀ ਮਿਹਨਤ ਨਾਲ ਬਾਹਰੋਂ ਆਪਣੀਆਂ ਚੁੰਝਾਂ 'ਚ ਲਿਆਉਂਦੇ ਤੇ ਗਾਰਡ ਉੱਤੇ ਟੰਗਣ ਦੀ ਕੋਸ਼ਿਸ਼ ਕਰਦੇ। ਤੀਲੇ ਤੇ ਡੱਕੇ ਡਿੱਗ ਜਾਂਦੇ, ਪਰ ਚਿੜਾ ਚਿੜੀ ਚੀਂ ਕਰਦੇ ਉਡਾਰੀ ਮਾਰ ਬਾਹਰ ਨੂੰ ਉੱਡ ਜਾਂਦੇ। ਦੂਰੋਂ ਤੀਲੇ ਤੇ ਤਿਣਕੇ ਲਿਆਉਂਦੇ ਰਹਿੰਦੇ। ਉਦਾਸ ਹੋਇਆ ਦਲਬੀਰ ਚਿੜਾ ਚਿੜੀ ਨੂੰ ਧਿਆਨ ਨਾਲ ਵੇਖਣ ਲੱਗਾ। ਕਈ ਵੇਰ ਚਿੜੀ ਬਹੁਤ ਵੱਡਾ ਤੀਲਾ ਲਿਆਉਂਦੀ ਤੇ ਆਲ੍ਹਣਾ ਬਣਾਉਣ ਲਈ ਗਾਡਰ ਉੱਤੇ ਟੁੰਗ ਦਿੰਦੀ। ਉੱਡ ਜਾਂਦੀ ਤੇ ਚਿੜਾ ਤੀਲਾ ਲੈ ਆਉਂਦਾ। ਆਲ੍ਹਣਾ ਕਾਫੀ ਵੱਡਾ ਬਣ ਗਿਆ ਸੀ। ਚਿੜਾ ਉੱਡ ਜਾਂਦਾ ਤੇ ਚਿੜੀ ਆ ਜਾਂਦੀ। ਆਲ੍ਹਣੇ 'ਚ ਚਿੜੀ ਨੇ ਆਂਡੇ ਦੇਣੇ ਸਨ ਤੇ ਆਂਡਿਆਂ 'ਚੋਂ ਬੋਟ ਨਿਕਲਣੇ ਸਨ। ਚੀਂ ਕਰਦੇ ਬੋਟਾਂ ਨੇ ਵੱਡੇ ਹੋ ਕੇ ਉੱਥੋਂ ਉੱਡ ਜਾਣਾ ਸੀ। ਚਿੜਾ ਤੇ ਚਿੜੀ ਨੂੰ ਖੁਸ਼ੀ ਹੋਣੀ ਸੀ। ਦਲਬੀਰ ਸਭ ਕੁਝ ਟਿਕੀ ਲਗਾ ਕੇ ਵੇਖ ਰਿਹਾ ਸੀ। ਦਲਬੀਰ ਚਿੜਾ ਚਿੜੀ ਦਾ ਆਲ੍ਹਣਾ ਬਣਾਉਣ ਦੀ ਜ਼ਿੱਦ ਤੇ ਹੈਰਾਨ ਹੋ ਰਿਹਾ ਸੀ। ਉਹ ਆਲ੍ਹਣਾ ਬਣਾਉਣ 'ਚ ਜੁਟੇ ਰਹੇ। ਆਲ੍ਹਣਾ ਆਖਰ ਬਣ ਹੀ ਗਿਆ। ਦਲਬੀਰ ਨੂੰ ਖਿਆਲ ਆਇਆ ਕਿ ਮੈਂ ਵੀ ਸਫਲ ਹੋ ਸਕਦਾ ਹਾਂ। ਦਿਲ ਢਾਉਣ ਨਾਲ ਤਾਂ ਕੁਝ ਨਹੀਂ ਸੌਰਨਾ। ਕਿਉਂ ਨਾ ਮਨ ਲਾ ਕੇ ਮੁੜ ਪੜ੍ਹਾਈ ਸ਼ੁਰੂ ਕਰ ਦਿਆਂ। ਜੇ ਇਹ ਪੰਛੀ ਆਲ੍ਹਣਾ ਬਣਾਉਣ 'ਚ ਸਫਲ ਹੋ ਸਕਦੇ ਹਨ ਤਾਂ ਮੈਂ ਕਿਉਂ ਨਹੀਂ ਪਾਸ ਹੋ ਸਕਦਾ। ਮੈਨੂੰ ਮੁੜ ਮਿਹਨਤ ਆਰੰਭ ਕਰ ਦੇਣੀ ਚਾਹੀਦੀ ਹੈ।
ਹਾਰ ਨੂੰ ਸਫਲਤਾ ਵਿੱਚ ਬਦਲਿਆ ਜਾ ਸਕਦਾ ਹੈ। ਦਲਬੀਰ ਨੇ ਸਕੂਲ ਜਾਣ ਦਾ ਪੱਕਾ ਮਨ ਬਣਾ ਲਿਆ। ਉਸਨੂੰ ਆਪਣੇ ਮਿੱਤਰ ਕੁਲਤਾਰ ਦਾ ਆਖਿਆ ਵੀ ਚੰਗਾ ਲੱਗਣ ਲੱਗਾ। ਉਸਨੇ ਆਪਣੇ ਮਾਪਿਆਂ ਦੀ ਸਿੱਖਿਆ ਦੀ ਕਦਰ ਕਰਨੀ ਜ਼ਰੂਰੀ ਸਮਝੀ। ਹੁਣ ਦਲਬੀਰ ਦੇ ਚਿਹਰੇ ਉੱਤੇ ਉਦਾਸੀ ਦੀ ਥਾਂ ਖੁਸ਼ੀ ਦੀ ਚਮਕ ਸੀ। ਉਸਦੇ ਪੈਰ ਸਕੂਲ ਪੁੱਜਣ ਲਈ ਕਾਲੇ ਪੈ ਰਹੇ ਸਨ। ਅਗਲੇ ਦਿਨ ਦਲਬੀਰ ਤਿਆਰ ਹੋ ਕੇ ਸਕੂਲ ਨੂੰ ਤੁਰ ਪਿਆ। ਹੁਣ ਉਸਦੇ ਮਾਪੇ ਵੀ ਖੁਸ਼ ਹੋ ਰਹੇ ਸਨ। ਧੰਨਵਾਦ। ਅਗਲੀ ਕਹਾਣੀ ਹੈ ਮਾਂ ਦੀ ਸਿੱਖਿਆ। ਆਥਣ ਵੇਲਾ ਸੀ। ਕੁਝ ਬੱਚੇ ਸ਼ਹਿਰ ਦੇ ਚੌਂਕ ਨੇੜੇ ਖੇਡ ਰਹੇ ਸਨ। ਸੂਰਜ ਦੀਆਂ ਸੁਨਹਿਰੀ ਕਿਰਨਾਂ ਬੱਚਿਆਂ ਦੇ ਚਿਹਰਿਆਂ ਤੇ ਪੈ ਰਹੀਆਂ ਸਨ। ਬੱਚੇ ਖੁਸ਼ੀ 'ਚ ਮਸਤ ਹੋਏ ਖੇਡ ਦਾ ਆਨੰਦ ਮਾਣ ਰਹੇ ਸਨ। ਸਾਰਿਆਂ ਦਾ ਧਿਆਨ ਖੇਡ ਵਿੱਚ ਸੀ। ਖੇਡ ਕਿਸ ਨੂੰ ਚੰਗੀ ਨਹੀਂ ਲੱਗਦੀ। ਵਾਵਾ ਸ਼ੋਰ ਮਚ ਰਿਹਾ ਸੀ। ਅਚਾਨਕ ਉਹਨਾਂ ਬੱਚਿਆਂ ਕੋਲੋਂ ਇੱਕ ਬੁੱਢਾ ਉੱਥੋਂ ਲੰਘਿਆ ਜਾ ਰਿਹਾ ਸੀ। ਬੁੱਢਾ ਇੱਕ ਲੱਤ ਤੋਂ ਲੰਗੜਾ ਸੀ। ਉਹ ਬਹੁਤ ਹੌਲੀ-ਹੌਲੀ ਕਦਮ ਪੁੱਟ ਰਿਹਾ ਸੀ। ਨਿਗਾਹ ਕਮਜ਼ੋਰ ਹੋਣ ਕਾਰਨ ਉਸਨੇ ਐਨਕ ਲਾਈ ਹੋਈ ਸੀ। ਸਿਰ ਤੇ ਕਾਲੀ ਟੋਪੀ ਪਹਿਨੀ ਹੋਈ ਸੀ। ਉਸਦੇ ਕੋਟ ਦੀਆਂ ਜੇਬਾਂ ਵੱਡੀਆਂ-ਵੱਡੀਆਂ ਸਨ। ਉਸਨੇ ਇੱਕ ਹੱਥ ਵਿੱਚ ਖੂੰਡੀ ਫੜੀ ਹੋਈ ਸੀ। ਸ਼ਾਮ ਹੋਣ ਕਾਰਨ ਨਿੰਮਾ-ਨਿੰਮਾ ਹਨੇਰਾ ਹੋ ਰਿਹਾ ਸੀ। ਟੋਪੀ ਵਾਲਾ ਉਹ ਬੁੱਢਾ ਤੁਰਦਾ ਰਸਤੇ 'ਚ ਪਏ ਇੱਕ ਪੱਥਰ ਨਾਲ ਠੇਡਾ ਲੱਗਣ ਕਾਰਨ ਡਿੱਗ ਪਿਆ। ਡਿੱਗਦੇ ਹੀ ਉਸਦੇ ਮੂੰਹੋਂ ਹਾਏ ਸ਼ਬਦ ਨਿਕਲਿਆ। ਉਸਨੂੰ ਵੇਖ ਕੇ ਬੱਚੇ ਹੱਸਣ ਲੱਗ ਪਏ, ਜਿਵੇਂ ਉਸਦਾ ਮਜ਼ਾਕ ਉਡਾਉਣਾ ਚਾਹੁੰਦੇ ਹੋਣ। ਹੀ। ਬੁੱਢੇ ਦੀ ਟੋਪੀ ਸਿਰ ਤੋਂ ਲੱਥ ਗਈ। ਹੱਥੋਂ ਖੂੰਡੀ ਛੁੱਟ ਗਈ। ਐਨਕ ਨੂੰ ਡਿੱਗਣ ਤੋਂ ਉਸਨੇ ਮਸਾਂ ਹੀ ਬਚਾਇਆ। ਉਸਦੇ ਕੱਪੜੇ ਮਿੱਟੀ ਨਾਲ ਲਿਬੜ ਗਏ। ਬੁੱਢਾ ਬੇਬਸ ਹੋਇਆ ਉੱਠਣ ਦਾ ਯਤਨ ਕਰ ਰਿਹਾ ਸੀ। ਝੱਟ ਉਹਨਾਂ ਬੱਚਿਆਂ 'ਚੋਂ ਇੱਕ ਬੱਚਾ ਆਪਣੀ ਖੇਡ ਛੱਡ ਕੇ ਉਸ ਬੁੱਢੇ ਕੋਲ ਭੱਜਿਆ ਆਇਆ। ਉਸਨੇ ਬੁੱਢੇ ਦੀ ਡਿੱਗੀ ਪਈ ਟੋਪੀ ਝਾੜ ਕੇ ਸਿਰ ਤੇ ਦਿੱਤੀ, ਖੁੰਡੀ ਚੁੱਕੀ ਤੇ ਡਿੱਗੇ ਪਏ ਬੁੱਢੇ ਨੂੰ ਬਾਹੋਂ ਉਠਾਇਆ। ਉਸਦੇ ਕੱਪੜਿਆਂ ਤੋਂ ਮਿੱਟੀ ਝਾੜੀ। ਉਸਨੇ ਬੁੱਢੇ ਨੂੰ ਸਹਾਰਾ ਦਿੱਤਾ। ਬੁੱਢੇ ਨੂੰ ਖੁੰਡੀ ਫੜਾ ਕੇ ਮੁੜ ਤੁਰਨ ਲਈ ਰਸਤਾ ਦੱਸਣ ਲੱਗਾ। ਬਾਕੀ ਬੱਚੇ ਆਪਣੀ ਖੇਡ ਵਿੱਚ ਮਸਤ ਰਹੇ। ਬੁੱਢੇ ਦੇ ਚਿਹਰੇ ਉੱਤੇ ਇੱਕ ਖੁਸ਼ੀ ਚਮਕੀ। ਉਸਨੇ ਆਪਣੀ ਐਨਕ ਸੁਆਰਦਿਆਂ ਉਸ ਮੁੰਡੇ ਨੂੰ ਬੜੀ ਨੀਝ ਨਾਲ ਤੱਕਿਆ। ਬੁੱਢਾ ਮੁੰਡੇ ਨੂੰ ਅਸੀਸਾਂ ਦੇਣ ਲੱਗਾ। ਪੁੱਤਰ ਜਿਉਂਦਾ ਰਹਿ, ਤੇਰਾ ਭਲਾ ਹੋਵੇ, ਤੂੰ ਵੱਡਾ ਬਣੇ। ਬੁੱਢਾ ਸੰਭਲ ਗਿਆ। ਉਸਨੇ ਮੁੰਡੇ ਦਾ ਨਾਂ ਤੇ ਅਤਾ ਪਤਾ ਪੁੱਛਿਆ ਤੇ ਆਪਣੀ ਜੇਬ 'ਚੋਂ ਨੋਟਬੁੱਕ ਕੱਢ ਕੇ ਲਿਖ ਲਿਆ। ਸ਼ਾਬਾਸ਼ ਦੇ ਕੇ ਬੁੱਢਾ ਅੱਗੇ ਤੁਰ ਪਿਆ। ਬੁੱਢੇ ਨੂੰ ਤੋਰ ਕੇ ਉਹ ਮੁੰਡਾ ਆਪਣੇ ਸਾਥੀਆਂ ਨਾਲ ਮੁੜ ਖੇਡਣ ਲੱਗ ਪਿਆ। ਕਾਫੀ ਦਿਨ ਲੰਘ ਗਏ। ਇੱਕ ਦਿਨ ਉਸ ਮੁੰਡੇ ਨੂੰ ਇੱਕ ਮਨੀ ਆਰਡਰ ਆਇਆ। ਮਨੀ ਆਰਡਰ ਰਾਹੀਂ ਕੁਝ ਰਕਮ ਘੱਲੀ ਗਈ ਸੀ। ਇਹ ਰਕਮ ਉਸ ਟੋਪੀ ਵਾਲੇ ਬੁੱਢੇ ਵੱਲੋਂ ਭੇਜੀ ਗਈ ਸੀ। ਮਨੀ ਆਰਡਰ ਉੱਤੇ ਇੱਕ ਸੰਦੇਸ਼ ਵੀ ਲਿਖਿਆ ਹੋਇਆ ਸੀ, ਜਿਸ 'ਚ ਬੁੱਢੇ ਨੇ ਮੁੰਡੇ ਵੱਲੋਂ ਉਸ ਦਿਨ ਕੀਤੀ ਮਦਦ ਦਾ ਜ਼ਿਕਰ ਕੀਤਾ ਹੋਇਆ ਸੀ। ਬੁੱਢੇ ਨੇ ਉਹ ਰਕਮ ਮੁੰਡੇ ਨੂੰ ਇਨਾਮ ਵਜੋਂ ਭੇਜੀ ਸੀ। ਮੁੰਡੇ ਦੀ ਮਾਂ ਬਹੁਤ ਹੈਰਾਨ ਹੋਈ ਤੇ ਪ੍ਰਸੰਨ ਹੋਈ। ਮੁੰਡੇ ਨੇ ਡਾਕੀਏ ਤੋਂ ਰਕਮ ਪ੍ਰਾਪਤ ਕੀਤੀ ਤੇ ਬੁੱਢੇ ਨੂੰ ਧੰਨਵਾਦ ਦੇ ਸ਼ਬਦ ਮਨੀ ਆਰਡਰ ਤੇ ਲਿਖ ਦਿੱਤੇ। ਮੁੰਡੇ ਨੇ ਆਪਣੀ ਮਾਤਾ ਨੂੰ ਉਸ ਦਿਨ ਵਾਲੀ ਸਾਰੀ ਘਟਨਾ ਸੁਣਾਈ। ਮਾਂ ਘਟਨਾ ਸੁਣ ਕੇ ਬਹੁਤ ਖੁਸ਼ ਹੋਈ। ਉਹ ਮੁੰਡਾ ਵਿਧਵਾ ਮਾਂ ਦਾ ਇੱਕੋ ਇੱਕ ਪੁੱਤਰ ਸੀ। ਉਸਦਾ ਪਿਤਾ ਇੱਕ ਬਿਮਾਰੀ ਕਾਰਨ ਗੁਜ਼ਰ ਗਿਆ ਸੀ। ਮਾਂ ਨੂੰ ਬਹੁਤ ਦੁੱਖ ਸਹਿਣੇ ਪਏ। ਉਹ ਔਖੀ ਸੌਖੀ ਆਪਣੇ ਲੜਕੇ ਨੂੰ ਪੜ੍ਹਾਉਣ ਦਾ ਯਤਨ ਕਰ ਰਹੀ ਸੀ। ਉਹ ਆਪਣੇ ਪੁੱਤਰ ਨੂੰ ਨੇਕ ਕੰਮ ਕਰਨ ਦੀ ਸਿੱਖਿਆ ਦਿੰਦੀ ਰਹਿੰਦੀ। ਨੇਕੀ ਦਾ ਫਲ ਮਿੱਠਾ ਹੁੰਦਾ ਹੈ ਬਾਰੇ ਕਹਾਣੀਆਂ ਸੁਣਾਉਂਦੀ ਰਹਿੰਦੀ। ਪੁੱਤਰ ਦੀ ਨੇਕੀ ਸੁਣ ਕੇ ਮਾਂ ਗਦ-ਗਦ ਹੋ ਰਹੀ ਸੀ। ਉਸਨੇ ਪੁੱਤਰ ਨੂੰ ਗਲਵੱਕੜੀ ਪਾ ਕੇ ਤਿਆਰ ਕੀਤਾ। ਪੁੱਤਰ, ਤੂੰ ਮੇਰੀ ਸਿੱਖਿਆ ਤੇ ਇੰਝ ਹੀ ਅਮਲ ਕਰਦਾ ਰਹੀਂ। ਨੇਕੀ ਖੱਟੀ ਤੇ ਆਪਣੇ ਪਿਓ ਦਾ ਨਾਂ ਰੌਸ਼ਨ ਕਰੀ। ਮਾਂ ਦੇ ਬੋਲ ਸਨ। ਆਂਢ ਗੁਆਂਢ 'ਚ ਮੁੰਡੇ ਦੇ ਨਾਮ ਬਾਰੇ ਗੱਲਾਂ ਹੋਣ ਲੱਗੀਆਂ। ਉਸਦਾ ਆਦਰ ਵਧਣ ਲੱਗਾ। ਸਾਰੇ ਉਸਦਾ ਮਾਣ ਕਰਨ ਲੱਗੇ। ਉਹ ਆਪਣੀ ਪੜ੍ਹਾਈ 'ਚ ਹੋਰ ਸਖਤ ਮਿਹਨਤ ਕਰਨ ਲੱਗਾ। ਉਸਦੇ ਕੰਨਾਂ 'ਚ ਬੁੱਢੇ ਦੇ ਸ਼ਬਦ ਗੂੰਜਦੇ ਰਹਿੰਦੇ, ਤੂੰ ਵੱਡਾ ਬਣੇ। ਮੁੰਡਾ ਮਿਹਨਤ ਕਰਦਾ ਰਿਹਾ। ਆਖਰ ਪੜ੍ਹਾਈ ਸਦਕਾ ਉਸਨੇ ਉੱਚ ਪਦਵੀ ਹਾਸਲ ਕੀਤੀ ਤੇ ਇੱਕ ਉੱਘਾ ਵਿਅਕਤੀ ਬਣਿਆ। ਧੰਨਵਾਦ। ਅਗਲੀ ਕਹਾਣੀ ਹੈ ਤਿੰਨ ਧੀਆਂ। ਦਮੋ ਕਾਕੀ ਨਾਂ ਦੀ ਇੱਕ ਬੁੱਢੀ ਹੁੰਦੀ ਸੀ। ਉਹ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ। ਉਸ ਦੀਆਂ 3 ਧੀਆਂ ਸਨ। ਉਸਨੇ 3 ਧੀਆਂ ਦੇ ਵਿਆਹ ਕਰ ਦਿੱਤੇ। ਉਹ ਆਪਣੇ ਸਹੁਰੇ ਘਰ ਰਹਿਣ ਲੱਗੀਆਂ ਤੇ ਦਮੋ ਕਾਕੀ ਦਾ ਪਤੀ ਚੱਲ ਵਸਿਆ।
ਬੁੱਢੀ ਦਮੋ ਕਾਕੀ ਇਕੱਲੀ ਰਹਿ ਗਈ। ਅਚਾਨਕ ਇੱਕ ਦਿਨ ਬੁੱਢੀ ਦਮੋ ਕਾਕੀ ਬਿਮਾਰ ਹੋ ਗਈ। ਉਹਦੇ ਜਿਉਣ ਦੀ ਕੋਈ ਆਸ ਨਾ ਰਹੀ। ਉਹਨੇ ਆਪਣੀਆਂ ਧੀਆਂ ਨੂੰ ਬੁਲਾਉਣ ਲਈ ਇੱਕ ਚਿੱਟੇ ਕਬੂਤਰ ਰਾਹੀਂ ਸੁਨੇਹਾ ਭੇਜਿਆ ਤਾਂ ਜੋ ਧੀਆਂ ਨੂੰ ਆਖਰੀ ਵਾਰ ਮਿਲ ਸਕੇ। ਸਭ ਤੋਂ ਪਹਿਲਾਂ ਕਬੂਤਰ ਵੱਡੀ ਧੀ ਦੇ ਘਰ ਗਿਆ। ਉਹ ਬਹੁਤ ਅਮੀਰ ਘਰ ਵਿਆਹੀ ਹੋਈ ਸੀ ਤੇ ਜਦੋਂ ਕਬੂਤਰ ਉਸ ਕੋਲ ਗਿਆ ਤਾਂ ਉਹ ਸੋਨੇ ਦੀਆਂ ਕਟੋਰੀਆਂ ਚਮਕਾ ਰਹੀ ਸੀ। ਕਬੂਤਰ ਨੇ ਉਹਨੂੰ ਬਿਮਾਰ ਮਾਂ ਦਾ ਸੁਨੇਹਾ ਦਿੱਤਾ, ਪਰੰਤੂ ਉਹ ਕਟੋਰੀਆਂ ਹੀ ਚਮਕਾਉਂਦੀ ਰਹੀ। ਉਹਨੇ ਬਿਮਾਰ ਮਾਂ ਕੋਲ ਇੱਕ ਹਫ਼ਤੇ ਬਾਅਦ ਆਉਣ ਦੀ ਗੱਲ ਆਖੀ। ਇਹ ਸੁਣ ਕੇ ਕਬੂਤਰ ਨੂੰ ਗੁੱਸਾ ਆਇਆ। ਉਸਨੇ ਲੜਕੀ ਨੂੰ ਸਰਾਪ ਦੇ ਦਿੱਤਾ। ਛੰਨ ਕਰਦੀ ਕਟੋਰੀ ਉਹਦੇ ਹੱਥੋਂ ਡਿੱਗ ਪਈ ਤੇ ਕੱਛੂ ਬਣ ਕੇ ਧਰਤੀ ਉੱਤੇ ਸਰਕਣ ਲੱਗ ਪਈ। ਫਿਰ ਕਬੂਤਰ ਵਿਚਕਾਰਲੀ ਧੀ ਕੋਲ ਗਿਆ। ਉਹ ਬੈਠੀ ਚਰਖਾ ਕੱਤ ਰਹੀ ਸੀ। ਸੁਨੇਹਾ ਸੁਣ ਕੇ ਆਖਣ ਲੱਗੀ, ਮੇਰਾ ਬਹੁਤ ਸਾਰਾ ਸੂਤ ਕੱਤਣ ਨੂੰ ਰਹਿੰਦਾ ਹੈ, ਮੈਂ ਸੂਤ ਕੱਤ ਕੇ ਹੀ ਮਾਂ ਕੋਲ ਜਾਵਾਂਗੀ। ਉਹਦਾ ਉੱਤਰ ਸੁਣ ਕੇ ਕਬੂਤਰ ਨੂੰ ਫੇਰ ਗੁੱਸਾ ਆਇਆ। ਉਸਨੇ ਲੜਕੀ ਨੂੰ ਸਰਾਪ ਦਿੰਦਿਆਂ ਕਿਹਾ ਕਿ ਤੂੰ ਜ਼ਿੰਦਗੀ ਭਰ ਸੂਤ ਹੀ ਕੱਤਦੀ ਰਹੇ। ਉਹ ਲੜਕੀ ਮੱਕੜੀ ਬਣ ਗਈ। ਮੱਕੜੀ ਬਣ ਗਈ। ਆਖਿਰ ਨੂੰ ਕਬੂਤਰ ਸਭ ਤੋਂ ਛੋਟੀ ਧੀ ਦੇ ਘਰ ਪਹੁੰਚਿਆ। ਬੁੱਢੀ ਦੀ ਛੋਟੀ ਧੀ ਝੌਂਪੜੀ 'ਚ ਬੈਠੀ ਆਟਾ ਗੁੰਨ ਰਹੀ ਸੀ। ਜਿਉਂ ਹੀ ਉਹਨੇ ਬਿਮਾਰ ਮਾਂ ਦੀ ਖਬਰ ਸੁਣੀ, ਉਹ ਆਪਣੇ ਆਟੇ ਨਾਲ ਲਿਬੜੇ ਹੱਥਾਂ ਸਮੇਤ ਹੀ ਮਾਂ ਦੇ ਘਰ ਵੱਲ ਨੂੰ ਚੱਲ ਪਈ। ਮਾਂ ਲਈ ਇੰਨਾ ਪਿਆਰ ਵੇਖ ਕੇ ਕਬੂਤਰ ਬਹੁਤ ਖੁਸ਼ ਹੋਇਆ। ਉਸਨੇ ਲੜਕੀ ਨੂੰ ਵਰਦਾਨ ਦਿੱਤਾ ਤੇ ਬੋਲਿਆ, ਐ ਸੁੱਘੜ ਲੜਕੀਏ, ਤੈਨੂੰ ਉਮਰ ਭਰ ਪਿਆਰ ਦੀ ਮਿਠਾਸ ਮਿਲਦੀ ਰਹੇ। ਲੜਕੀ ਨੇ ਆ ਕੇ ਮਾਂ ਦੀ ਪੂਰੀ ਸੇਵਾ ਕੀਤੀ, ਮਾਂ ਤੋਂ ਅਸੀਸਾਂ ਲਿੱਤੀਆਂ। ਕਹਿੰਦੇ ਨੇ ਇਸ ਵਰਦਾਨ ਨਾਲ ਉਹ ਗਰੀਬ ਲੜਕੀ ਮਧੂਮੱਖੀ ਬਣ ਗਈ। ਅੱਜ ਤੱਕ ਉਹ ਫੁੱਲਾਂ ਦਾ ਮਿੱਠਾ ਮਿੱਠਾ ਰਸ ਚੂਸਦੀ ਤੇ ਸ਼ਹਿਦ ਖਾਂਦੀ ਰਹਿੰਦੀ ਹੈ। ਧੰਨਵਾਦ। ਅਗਲੀ ਕਹਾਣੀ ਹੈ ਧੁੰਮੀ ਤੇ ਪੋਪੋ। ਹਰ ਰੋਜ਼ ਧੁੰਮੀ ਸਕੂਲੋਂ ਆ ਕੇ ਤੀਜੇ ਪਹਿਰ ਆਪਣੇ ਖੇਤਾਂ ਨੂੰ ਚਲੀ ਜਾਂਦੀ। ਉਹਨਾਂ ਦੇ ਖੇਤ ਘਰੋਂ ਥੋੜੀ ਕੁ ਦੂਰੀ ਤੇ ਸਨ ਤੇ ਰਾਹ 'ਚ ਇੱਕ ਚੂਹਾ ਆਉਂਦਾ ਸੀ। ਧੁੰਮੀ ਦਾ ਪਿਤਾ ਕਈ ਦਿਨਾਂ ਤੋਂ ਬਿਮਾਰ ਪਿਆ ਸੀ। ਧੁੰਮੀ ਦੀ ਮੰਮੀ ਉਹਦੇ ਪਿਤਾ ਦੀ ਦੇਖਭਾਲ ਕਰਨ 'ਚ ਲੱਗੀ ਰਹਿੰਦੀ ਤੇ ਪਸ਼ੂਆਂ ਦੀ ਸੰਭਾਲ ਵੀ ਕਰਦੀ। ਧੁੰਮੀ ਦਾ ਇੱਕੋ ਇੱਕ ਭਰਾ 5 ਕੁ ਵਰ੍ਹਿਆਂ ਦਾ ਸੀ, ਸੋ ਘਰ ਦੇ ਕਈ ਕੰਮਾਂ ਦੀ ਜ਼ਿੰਮੇਵਾਰੀ ਧੁੰਮੀ ਦੇ ਸਿਰ ਤੇ ਪੈ ਗਈ। ਖੇਤਾਂ 'ਚ ਫਸਲ ਪੱਕਣ ਵਾਲੀ ਸੀ। ਫਸਲ ਦੀ ਰਾਖੀ ਲਈ ਖੇਤਾਂ 'ਚ ਗੇੜਾ ਮਾਰਨਾ ਵੀ ਜ਼ਰੂਰੀ ਸੀ। ਧੁੰਮੀ 6ਵੀਂ ਸ਼੍ਰੇਣੀ 'ਚ ਪੜ੍ਹਦੀ ਸੀ। ਪੜ੍ਹਾਈ ਦਾ ਉਹਨੂੰ ਬਹੁਤ ਸ਼ੌਕ ਸੀ। ਉਹ ਚੰਗੇ ਹੁਸ਼ਿਆਰ ਵਿਦਿਆਰਥੀਆਂ ਵਿੱਚੋਂ ਸੀ। ਦੁਪਹਿਰ ਦਾ ਖਾਣਾ ਖਾਣ ਪਿੱਛੋਂ ਆਪਣੀਆਂ ਕਿਤਾਬਾਂ ਲੈ ਕੇ ਖੇਤਾਂ ਦੀ ਰਾਖੀ ਲਈ ਚਲੀ ਜਾਂਦੀ। ਉਹ ਆਪਣੇ ਨਾਲ ਆਪਣੀ ਬੱਕਰੀ ਵੀ ਲੈ ਜਾਂਦੀ। ਬੱਕਰੀ ਚਰਾਉਣ ਦੀ ਜ਼ਿੰਮੇਵਾਰੀ ਵੀ ਉਹਨੂੰ ਨਿਭਾਉਣੀ ਪੈਂਦੀ। ਉਹ ਬੱਕਰੀ ਨੂੰ ਲੰਮੀ ਰੱਸੀ ਨਾਲ ਬੰਨ੍ਹ ਦਿੰਦੀ ਤੇ ਬੱਕਰੀ ਚਰਦੀ ਰਹਿੰਦੀ ਤੇ ਧੁੰਮੀ ਕਿਤਾਬ ਲੈ ਕੇ ਪੜ੍ਹਦੀ ਰਹਿੰਦੀ। ਧੁੰਮੀ ਦਾ ਬੱਕਰੀ ਨਾਲ ਅੰਤਾਂ ਦਾ ਮੋਹ ਸੀ। ਉਹਨਾਂ ਨੇ ਬੱਕਰੀ ਦਾ ਲਾਡਲਾ ਨਾਂ ਪੋਪੋ ਰੱਖਿਆ ਹੋਇਆ ਸੀ। ਸਾਰੇ ਉਹਨੂੰ ਪੋਪੋ ਕਹਿ ਕੇ ਬੁਲਾਉਂਦੇ। ਪੋਪੋ ਚਿੱਟੇ ਤੇ ਕਾਲੇ ਰੰਗ ਦੀ ਡੱਬ ਖੜੱਬੀ ਸੀ। ਧੁੰਮੀ ਉਹਦੇ ਨਿੱਕੇ ਨਿੱਕੇ ਸਿੰਗਾਂ ਵਿਚਾਲੇ ਉਂਗਲਾਂ ਨਾਲ ਖਾਜ ਕਰਨ ਲੱਗਦੀ ਤਾਂ ਪੋਪੋ ਪੂਛ ਹਿਲਾ ਕੇ ਆਪਣਾ ਪਿਆਰ ਜਤਾਉਂਦੀ। ਧੁੰਮੀ ਉਹਦੇ ਕੂਲੇ ਕੂਲੇ ਪਿੰਡੇ ਉੱਤੇ ਹੱਥ ਫੇਰਦੀ ਤਾਂ ਪੋਪੋ ਪਿਆਰ ਭਰੀਆਂ ਅੱਖਾਂ ਨਾਲ ਧੁੰਮੀ ਵੱਲ ਤੱਕਣ ਲੱਗਦੀ। ਉਹਦੀਆਂ ਅੱਖਾਂ ਚਮਕ ਉੱਠਦੀਆਂ। ਇਉਂ ਲੱਗਦਾ ਜਿਵੇਂ ਦੋਵੇਂ ਸਹੇਲੀਆਂ ਹੋਣ, ਦੋਵੇਂ ਇੱਕ ਦੂਜੇ ਦੇ ਪਿਆਰ 'ਚ ਖਿੱਚੀਆਂ ਜਾਂਦੀਆਂ। ਘਰਦਿਆਂ ਨੇ ਪੋਪੋ ਦੇ ਗਲ ਘੁੰਗਰੂਆਂ ਵਾਲਾ ਪਟਾ ਪਾਇਆ ਹੋਇਆ ਸੀ। ਮਟਕ ਨਾਲ ਜਦੋਂ ਤੁਰਦੀ ਤਾਂ ਘੁੰਗਰੂਆਂ ਦੀ ਆਵਾਜ਼ ਨਾਲ ਪੋਪੋ ਹੋਰ ਵੀ ਪਿਆਰੀ ਪਿਆਰੀ ਲੱਗਦੀ। ਧੁੰਮੀ ਦੀ ਮੰਮੀ ਨੇ ਉਹਨੂੰ ਦੱਸਿਆ ਕਿ ਪੋਪੋ ਕੁਝ ਦਿਨਾਂ 'ਚ ਸੂਣ ਵਾਲੀ ਹੈ, ਇਹਦਾ ਧਿਆਨ ਰੱਖੀ। ਉਹਨੇ ਪਹਿਲੀ ਵਾਰ ਸੂਣਾ ਸੀ ਤੇ ਧੁੰਮੀ ਦੀ ਮੰਮੀ ਕਹਿੰਦੀ ਰਹਿੰਦੀ ਕਿ ਪੋਪੋ 2 ਮੇਮਣੇ ਦੇਏਗੀ, ਅਸੀਂ ਉਹਨਾਂ ਨੂੰ ਲਾਡ ਨਾਲ ਪਾਲਾਂਗੇ। ਪੋਪੋ ਦੁੱਧ ਵੀ ਦੇਏਗੀ, ਅਸੀਂ ਦੁੱਧ ਪੀਆ ਕਰਾਂਗੇ। ਬੱਕਰੀ ਦਾ ਦੁੱਧ ਤਾਂ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ, ਧੁੰਮੀ ਦੀ ਮੰਮੀ ਆਖਦੀ। ਗੋਲ ਮਟੋਲ ਹੋਈ ਪੋਪੋ ਹੋਰ ਵੀ ਸੋਹਣੀ ਲੱਗਦੀ। ਉਹ ਜਦੋਂ ਆਪਣੇ ਕੰਨਾਂ ਨੂੰ ਹਿਲਾਉਂਦੀ ਤਾਂ ਹੋਰ ਵੀ ਚੰਗੀ ਲੱਗਦੀ। ਪੋਪੋ ਮਿਆਂ ਮਿਆਂ ਕਰਕੇ ਆਪਣਾ ਪਿਆਰ ਪ੍ਰਗਟਾਉਂਦੀ। ਧੁੰਮੀ ਦਾ ਨਿੱਕੜਾ ਭਰਾ ਪੋਪੋ ਦੀਆਂ ਥਣੀਆਂ ਨੂੰ ਜਾ ਚਿੰਬੜਦਾ, ਪਰੰਤੂ ਪੋਪੋ ਆਰਾਮ ਨਾਲ ਅਲਸਾਈ ਖੜੀ ਰਹਿੰਦੀ। ਇੱਕ ਦਿਨ ਧੁੰਮੀ ਦਾ ਭਰਾ ਇਕੱਲਾ ਹੀ ਵਿਹੜੇ 'ਚ ਖੇਡ ਰਿਹਾ ਸੀ। ਧੁੰਮੀ ਤੇ ਉਹਦੀ ਮੰਮੀ ਅੰਦਰ ਕੰਮ ਕਰ ਰਹੀਆਂ ਸਨ। ਗਲੀ 'ਚ ਇੱਕ ਅਵਾਰਾ ਕੁੱਤਾ ਵਿਹੜੇ 'ਚ ਆ ਵੜਿਆ। ਵਿਹੜੇ 'ਚ ਨੇੜੇ ਹੀ ਪੋਪੋ ਬੰਨੀ ਹੋਈ ਸੀ। ਕੁੱਤਾ
ਧੁੰਮੀ ਦੇ ਭਰਾ ਨੂੰ ਚੱਕ ਮਾਰਨ ਹੀ ਲੱਗਾ ਸੀ ਕਿ ਉਹਨੇ ਡਰ ਕੇ ਚੀਕ ਮਾਰੀ। ਮੌਕਾ ਤਾੜ ਕੇ ਪੋਪੋ ਨੇ ਝੱਟ ਕੁੱਤੇ ਨੂੰ ਆਪਣੇ ਸਿੰਗਾਂ ਨਾਲ ਹੁਰਕ ਕੇ ਭਜਾ ਦਿੱਤਾ। ਇੰਨੇ ਨੂੰ ਅੰਦਰੋਂ ਧੁੰਮੀ ਤੇ ਉਹਦੀ ਮੰਮੀ ਵੀ ਨਿਕਲ ਆਈਆਂ, ਪਰ ਕੁੱਤਾ ਉੱਥੋਂ ਭੱਜ ਚੁੱਕਿਆ ਸੀ। ਪੋਪੋ ਦੀ ਬਹਾਦਰੀ ਵੇਖ ਕੇ ਉਹ ਬਹੁਤ ਖੁਸ਼ ਹੋਈਆਂ ਤੇ ਪੋਪੋ ਨੂੰ ਥਾਪੀ ਦੇਣ ਲੱਗੀਆਂ। ਵਰਖਾ ਦੇ ਦਿਨ ਸਨ। ਹਰ ਰੋਜ਼ ਦੀ ਤਰ੍ਹਾਂ ਧੁੰਮੀ ਅੱਜ ਵੀ ਤੀਜੇ ਪੈਰ ਪੋਪੋ ਨੂੰ ਨਾਲ ਲੈ ਕੇ ਖੇਤਾਂ ਦੀ ਰਾਖੀ ਲਈ ਚਲੀ ਗਈ। ਖੇਤਾਂ ਵਿੱਚ ਪਾਈ ਝੁੱਗੀ ਦੇ ਬਾਹਰ ਧੁੰਮੀ ਪੜਨ ਲੱਗ ਪਈ ਤੇ ਪੋਪੋ ਨੂੰ ਰੱਸੀ ਨਾਲ ਬੰਨ੍ਹ ਕੇ ਚਰਨ ਲਈ ਛੱਡ ਦਿੱਤਾ। ਪੋਪੋ ਮਸਤੀ ਨਾਲ ਘਾਹ ਚਰਨ ਲੱਗ ਪਈ। ਪੋਪੋ ਦੇ ਛਣ ਛਣ ਕਰਦੇ ਘੁੰਗਰੂਆਂ ਦੀ ਆਵਾਜ਼ ਧੁੰਮੀ ਦੇ ਕੰਨਾਂ 'ਚ ਪੈਂਦੀ ਰਹੀ। ਇੰਨੇ ਨੂੰ ਕੁਝ ਪਲਾਂ 'ਚ ਹੀ ਕਾਲੀ ਘਟਾ ਛਾ ਗਈ। ਕਾਲੇ ਬੱਦਲਾਂ ਨਾਲ ਅਸਮਾਨ ਭਰ ਗਿਆ। ਵੇਖਦੇ ਵੇਖਦੇ ਘੁੱਪ ਹਨੇਰਾ ਹੋ ਗਿਆ। ਪੰਛੀ ਆਲਣਿਆਂ ਨੂੰ ਪਰਤਣ ਲੱਗੇ। ਧੁੰਮੀ ਆਪਣੀ ਕਿਤਾਬ ਬੰਦ ਕਰਕੇ ਆਲੇ ਦੁਆਲੇ ਵੇਖਣ ਲੱਗੀ। ਜ਼ੋਰ ਦੀ ਹਵਾ ਵਗਣ ਲੱਗੀ ਤੇ ਮੋਲੇ ਧਾਰ ਵਰਖਾ ਵਰਨ ਲੱਗ ਪਈ। ਧੁੰਮੀ ਨੇ ਭੱਜ ਕੇ ਪੋਪੋ ਨੂੰ ਰੱਸੀਓਂ ਖਿੱਚ ਕੇ ਝੁੱਗੀ 'ਚ ਲੈ ਆਂਦਾ। ਹੁਣ ਉਹ ਦੋਵੇਂ ਝੁੱਗੀ 'ਚ ਕੁੰਗੜੀਆਂ ਖੜੀਆਂ ਸਨ। ਠੰਡ ਵੱਧ ਰਹੀ ਸੀ ਤੇ ਵਰਖਾ ਹੋਰ ਵੀ ਤੇਜ਼ ਹੋ ਰਹੀ ਸੀ। ਖੇਤਾਂ 'ਚ ਕੰਮ ਕਰਦੇ ਲੋਕਾਂ ਨੂੰ ਆਪੋ ਧਾਪੀ ਪੈ ਗਈ। ਲੋਕੀ ਭਿੱਜਦੇ ਭਜਾਉਂਦੇ ਆਪਣੇ ਘਰਾਂ ਨੂੰ ਦੌੜਨ ਲੱਗੇ। ਧੁੰਮੀ ਹੈਰਾਨ ਪਰੇਸ਼ਾਨ ਹੋਈ ਵਰਖਾ ਨੂੰ ਤੱਕ ਰਹੀ ਸੀ। ਝੁੱਗੀ ਉੱਤੇ ਵਰਖਾ ਦੀਆਂ ਕਣੀਆਂ ਦੀ ਆਵਾਜ਼ ਗੜਿਆਂ ਵਾਂਗ ਲੱਗ ਰਹੀ ਸੀ। ਧੁੰਮੀ ਸਹਿਮੀ ਹੋਈ ਖੜੋਤੀ ਸੀ। ਵਰਖਾ ਹੋਰ ਤੇਜ਼ ਹੋ ਗਈ ਤੇ ਝੁੱਗੀ ਚੋਣ ਲੱਗ ਪਈ। ਧੁੰਮੀ ਤੇ ਪੋਪੋ ਇੱਕ ਖੂੰਜੇ 'ਚ ਜਾ ਲੱਗੀਆਂ। ਉਹਨੇ ਆਪਣੀਆਂ ਕਿਤਾਬਾਂ ਮੋਮੀ ਲਿਫਾਫੇ 'ਚ ਪਾ ਕੇ ਆਪਣੀ ਚੁੰਨੀ ਨਾਲ ਆਪਣੇ ਸਿਰ ਉੱਤੇ ਬੰਨ੍ਹ ਲਈਆਂ। ਉਹ ਸੋਚਣ ਲੱਗੀ ਕਿ ਹੁਣ ਕੀ ਕੀਤਾ ਜਾਏ। ਧੁੰਮੀ ਪੋਪੋ ਨੂੰ ਇਕੱਲਿਆਂ ਛੱਡ ਕੇ ਜਾਣਾ ਨਹੀਂ ਸੀ ਚਾਹੁੰਦੀ। ਪੋਪੋ ਦੇ ਪਿੰਡੇ ਦੀ ਲੂੰ ਭਿੱਜ ਗਈ ਸੀ ਤੇ ਉਹ ਕੰਬ ਰਹੀ ਸੀ। ਧੁੰਮੀ ਨੇ ਉਹਦੇ ਪਿੰਡੇ ਤੇ ਹੱਥ ਫੇਰਿਆ। ਪੋਪੋ ਨੂੰ ਜਿਵੇਂ ਨਿੱਘ ਆ ਗਿਆ ਹੋਵੇ। ਪੋਪੋ ਦਾ ਧਿਆਨ ਰੱਖੀ। ਧੁੰਮੀ ਨੂੰ ਆਪਣੀ ਮੰਮੀ ਦੀ ਆਖੀ ਗੱਲ ਯਾਦ ਆ ਰਹੀ ਸੀ। ਧੁੰਮੀ ਨੂੰ ਆਪਣੇ ਭਰਾ ਨੂੰ ਵਾਢੂ ਕੁੱਤੇ ਤੋਂ ਬਚਾਉਣ ਵਾਲੀ ਘਟਨਾ ਵੀ ਬਾਰ-ਬਾਰ ਯਾਦ ਆਈ। ਆਥਣ ਹੋ ਰਹੀ ਸੀ ਤੇ ਵਰਖਾ ਲਗਾਤਾਰ ਪੈ ਰਹੀ ਸੀ। ਉੱਤੋਂ ਹਨੇਰਾ ਹੋਣ ਦਾ ਡਰ ਵੀ ਸੀ। ਧੁੰਮੀ ਨੇ ਸੋਚ-ਸੋਚ ਕੇ ਵਰਦੀ ਵਰਖਾ ਵਿੱਚ ਹੀ ਘਰ ਨੂੰ ਤੁਰਨਾ ਠੀਕ ਸਮਝਿਆ। ਬਾਹਰ ਕੋਈ ਵੀ ਬੰਦਾ ਨਜ਼ਰ ਨਹੀਂ ਸੀ ਆ ਰਿਹਾ। ਚਾਰ ਚੁਫੇਰੀ ਪਾਣੀ ਪਾਣੀ ਸੀ। ਆਖਰ ਧੁੰਮੀ ਪੋਪੋ ਨੂੰ ਰੱਸੀ ਤੋਂ ਫੜ ਕੇ ਘਰ ਨੂੰ ਤੁਰ ਪਈ। ਪਾਣੀ ਉਹਦੇ ਗੋਡੇ ਗੋਡੇ ਤੱਕ ਚੜ੍ਹ ਆਇਆ। ਖੇਤਾਂ ਨੂੰ ਪਾਰ ਕਰਦੀਆਂ ਧੁੰਮੀ ਤੇ ਪੋਪੋ ਸੰਭਲ ਕੇ ਚੋਏ ਤੇ ਆ ਪੁੱਜੀਆਂ। ਵਰਖਾ ਨਾਲ ਦੋਵੇਂ ਗੜੁੱਚ ਹੋ ਗਈਆਂ। ਚੋਏ 'ਚ ਹੜ੍ਹ ਆਇਆ ਹੋਇਆ ਸੀ। ਉਹਨੂੰ ਪਾਰ ਕਰਨਾ ਔਖਾ ਸੀ। ਚੋਏ 'ਚ ਪਾਣੀ ਗਲ ਤੋਂ ਵੀ ਉੱਤੇ ਵਗ ਰਿਹਾ ਸੀ। ਧੁੰਮੀ ਸੋਚਾਂ 'ਚ ਪੈ ਗਈ। ਕੋਈ ਵੀ ਬੰਦਾ ਸਹਾਇਤਾ ਕਰਨ ਵਾਲਾ ਨਜ਼ਰ ਨਹੀਂ ਸੀ ਆ ਰਿਹਾ। ਕਿੰਨਾ ਹੀ ਚਿਰ ਧੁੰਮੀ ਤੇ ਪੋਪੋ ਵਰਖਾ 'ਚ ਚੋਏ ਦੇ ਕੰਢੇ ਤੇ ਖੜੀਆਂ ਰਹੀਆਂ। ਪਾਣੀ ਘਟਣ 'ਚ ਨਹੀਂ ਸੀ ਆ ਰਿਹਾ। ਧੁੰਮੀ ਸੋਚਾਂ 'ਚ ਡੁੱਬੀ ਚੋਏ 'ਚ ਰੁੜੀਆਂ ਜਾਂਦੀਆਂ ਚੀਜ਼ਾਂ ਨੂੰ ਵੇਖ ਰਹੀ ਸੀ। ਕਦੇ ਉਹ ਸੋਚਦੀ ਕਿ ਉਹ ਇਕੱਲੀ ਚੋਆ ਪਾਰ ਕਰ ਲਵੇ, ਪਰ ਕੋਲ ਖੜੋਤੀ ਪੋਪੋ ਦਾ ਖਿਆਲ ਆਉਣ ਲੱਗਦਾ। ਪੋਪੋ ਨੂੰ ਛੱਡ ਕੇ ਉਹ ਕਿਵੇਂ ਜਾ ਸਕਦੀ ਸੀ। ਚੋਆ ਪਾਰ ਕਰਨਾ ਉਸ ਲਈ ਭਵ ਸਾਗਰ ਬਣ ਗਿਆ। ਇੰਨੇ ਨੂੰ ਧੁੰਮੀ ਨੇ ਚੋਏ 'ਚ ਲੱਕੜਾਂ ਦਾ ਇੱਕ ਵੱਡਾ ਸਾਰਾ ਗੱਠੜ ਤਰਦਾ ਆਉਂਦਾ ਵੇਖਿਆ। ਤਰਦੇ ਗੱਠੜ ਨੂੰ ਵੇਖ ਕੇ ਉਹਨੂੰ ਇੱਕ ਫੁਰਨਾ ਫੁਰਿਆ। ਉਸਨੇ ਝੱਟ ਪੋਪੋ ਦੀ ਲੰਮੀ ਰੱਸੀ ਖੋਲੀ ਤੇ ਨੇੜੇ ਆਉਂਦੇ ਗੱਠੜ ਨੂੰ ਥੋੜਾ ਗਾਂਹ ਹੋ ਕੇ ਰੱਸੀ ਸੁੱਟ ਕੇ ਰੋਕ ਲਿਆ ਤੇ ਖਿੱਚ ਕੇ ਕੰਢੇ ਤੇ ਖੜੋਤੇ ਰੁੱਖ ਨਾਲ ਬੰਨਣ ਦੀ ਕੀਤੀ। ਫਿਰ ਉਸਨੇ ਪੋਪੋ ਨੂੰ ਪਟੇ ਤੋਂ ਫੜ ਕੇ ਗੱਠੜ ਉੱਤੇ ਚੜਾ ਲਿਆ ਤੇ ਰੱਸੀ ਖੋਲ ਕੇ ਆਪ ਵੀ ਝੱਟ ਗੱਠੜ ਉੱਤੇ ਚੜ ਗਈ। ਗੱਠੜ ਹੌਲੀ-ਹੌਲੀ ਮੁੜ ਚੋਏ 'ਚ ਤੈਰਨ ਲੱਗਾ। ਧੁੰਮੀ ਤੇ ਪੋਪੋ ਗੱਠੜ ਤੇ ਖੜੋਤੀਆਂ ਚੋਏ ਨੂੰ ਪਾਰ ਕਰਦੀਆਂ ਜਾ ਰਹੀਆਂ ਸਨ। ਮੀਂਹ ਦਾ ਜ਼ੋਰ ਘਟ ਗਿਆ ਸੀ। ਧੁੰਮੀ ਨੇ ਪੋਪੋ ਦੀ ਰੱਸੀ ਘੁੱਟ ਕੇ ਪਕੜੀ ਹੋਈ ਸੀ। ਕਦੇ-ਕਦੇ ਗੱਠੜ ਡਾਵਾਂ ਡੋਲ ਹੋਣ ਲੱਗਦਾ ਤੇ ਧੁੰਮੀ ਸਹਿਮ ਜਾਂਦੀ, ਪਰ ਧੁੰਮੀ ਨੇ ਦਿਲ ਪੱਕਾ ਰੱਖਿਆ। ਉਧਰ ਪਿੰਡ ਵਿੱਚ ਹੜ੍ਹ ਦੇ ਨੁਕਸਾਨ ਦੀਆਂ ਗੱਲਾਂ ਹੋ ਰਹੀਆਂ ਸਨ। ਧੁੰਮੀ ਦੇ ਮਾਪੇ ਬੇਬਸ ਹੋਏ ਚਿੰਤਾ 'ਚ ਡੁੱਬੇ ਹੋਏ ਸਨ। ਸ਼ਾਮ ਹੋ ਚੁੱਕੀ ਸੀ। ਆਖਿਰ ਗੱਠੜ ਤੈਰਦਾ ਇੱਕ ਥਾਂ ਕੰਢੇ ਤੇ ਜਾ ਰੁਕਿਆ। ਧੁੰਮੀ ਦੀਆਂ ਅੱਖਾਂ 'ਚ ਖੁਸ਼ੀ ਚਮਕ ਉੱਠੀ। ਧੁੰਮੀ ਨੇ ਝੱਟ ਪੋਪੋ ਨੂੰ ਫੜ ਕੇ ਗੱਠੜ ਤੋਂ ਉਤਾਰਿਆ ਤੇ ਦੋਵੇਂ ਕੰਢੇ ਤੇ ਉਤਰ ਕੇ ਘਰ ਨੂੰ ਚੱਲ ਪਈਆਂ। ਪਾਣੀ ਅਜੇ ਵੀ ਗਿੱਟੇ-ਗਿੱਟੇ ਤੱਕ ਵਗ ਰਿਹਾ ਸੀ। ਪਿੰਡ ਦੀ ਜੂਹ ਪਾਰ ਕਰਕੇ ਧੁੰਮੀ ਆਪਣੀ ਪੋਪੋ ਨਾਲ ਘਰ ਪੁੱਜ ਗਈ। ਧੁੰਮੀ ਦੇ ਮਾਪੇ ਫਿਕਰ 'ਚ ਕਾਲਜਾ ਫੜੀ ਬੈਠੇ ਸਨ। ਧੁੰਮੀ ਦੀ ਮੰਮੀ ਨੇ ਆਪਣੀ ਬਾਲੜੀ ਨੂੰ ਵੇਖਦੇ ਸਾਰੀ ਗਲਵੱਕੜੀ ਪਾ ਲਈ। ਘਰਦਿਆਂ ਨੂੰ ਜਿਵੇਂ ਸੁੱਖ ਦਾ ਸਾਹ ਆ ਗਿਆ ਹੋਵੇ। ਧੁੰਮੀ ਦਾ ਭਰਾ ਪੋਪੋ ਨੂੰ ਵੇਖ ਕੇ ਖੁਸ਼ ਹੋ ਰਿਹਾ ਸੀ। ਸਾਰੇ ਹੈਰਾਨ ਸਨ ਕਿ ਧੁੰਮੀ ਤੇ ਪੋਪੋ ਇੰਨੇ ਹੜ੍ਹ ਵਿੱਚ ਵੀ ਚੋ ਲੰਘ ਕੇ ਆ ਗਈਆਂ ਸਨ। ਸਾਰੇ ਪਿੰਡ 'ਚ ਲੋਕ
ਧੁੰਮੀ ਦੀ ਸਿਆਣਪ ਤੇ ਬਹਾਦਰੀ ਦੀਆਂ ਗੱਲਾਂ ਕਰ ਰਹੇ ਸਨ। ਵਿਹੜੇ 'ਚ ਲੋਕੀ ਧੁੰਮੀ ਤੇ ਪੋਪੋ ਨੂੰ ਵੇਖਣ ਆ ਰਹੇ ਸਨ। ਧੰਨਵਾਦ।